ਗੁਰ ਹਿਰਦੈ ਧਿਆਨ। ਸ੍ਰੀ ਗੁਰੂ ਰਾਮਦਾਸ ਗੁਣ ਗਾਵਨ। ਸ੍ਰੀ ਅਰਜਨ ਬਿਗਨਨ ਕੇ ਨਾਸਕ। ਵਿਗਨਨ ਕੇ ਨਾਸ਼ਕ। ਸ੍ਰੀ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ। ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ। ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ। ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ। ਧਰੋ ਧਰਾ ਪਰ ਪੁੰਨ ਪੁੰਨ ਸੀਸਾ। ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਇ। ਪੁੱਤ ਸ਼੍ਰੀ ਹਰਿਗੋਬਿੰਦ ਕੀ ਗਾਥਾ, ਸੁਨਹੁ ਸੰਤ ਸਿੱਖ ਪ੍ਰੀਤੀ ਸਾਥਾ। ਸੁਭਾਟਨ ਬ੍ਰਿੰਦ ਸਕੋਲਨ ਕਰੈ, ਆਯੁਧ ਵਿਦਿਆ ਮੈਂ ਹਿਤ ਧਰੈ। ਪੁੱਤ ਸ਼੍ਰੀ ਹਰਿਗੋਬਿੰਦ ਕੀ ਗਾਥਾ। ਸਤਿਗੁਰੂ ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਜਬਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ, ਗੁਰੂ ਜੀ ਦਾ ਹੀ ਰੂਪ, ਗੁਰੂ ਪਿਆਰੀ ਸੰਗਤ ਜੀ, ਆਪ ਜੀ ਭਾਗਾਂ ਵਾਲੇ ਹੋ। ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠੇ ਹੋ, ਗੁਰੂ ਜੀ ਦੇ ਸੋਹਣੇ ਦਰਸ਼ਨ ਦੀਦਾਰ ਕਰ ਰਹੇ ਹੋ। ਲੜੀਵਾਰ ਗੁਰੂ ਜੀ ਦੀ ਕਥਾ ਆਪਾਂ ਨੇ ਸਰਵਣ ਕਰਨੀ ਹੈ। ਸਾਰੀ ਸੰਗਤ ਆਸ਼ੀਰਵਾਦ ਬਖਸ਼ਿਸ਼ ਕਰੋ। ਪਿਆਰ ਨਾਲ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਸਭ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ, ਮਹਾਨ ਤਪਸਵੀ, ਮਹਾਨ ਰੂਹ, ਭਜਨ ਬੰਦਗੀ ਸੇਵਾ ਵਿੱਚ ਓਤ-ਪੋਤ ਹੋਏ ਬਾਬਾ ਜੀ, ਬਾਬਾ ਗੁਰਦਿੱਤਾ ਸਾਹਿਬ ਜੀ। ਬਾਬਾ ਗੁਰਦਿੱਤਾ ਜੀ ਗੁਰੂ ਜੀ ਦੇ ਕਹਿਣ ਉੱਤੇ ਬਹੁਤੇ ਹੀ ਵੱਡੇ ਤਪਸਵੀ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਿਰੇ ਦਰਸ਼ਨ ਹੀ ਨਹੀਂ ਕੀਤੇ, ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨੂੰ ਮਾਣਿਆ ਜੀ। ਗੁਰੂ ਨਾਨਕ ਸਾਹਿਬ ਨੇ ਜਿਨ੍ਹਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ ਜੀ। ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਿਨ੍ਹਾਂ ਦੇ ਸੁਰਤ ਨਾਮ ਵਿੱਚ ਜੋੜੀ, ਸਾਈਂ ਬੁੱਢਣ ਸ਼ਾਹ ਜੀ ਦੇ ਕੋਲ ਪਹੁੰਚੇ ਜੀ। ਕੱਲ ਉਹ ਤੁਸੀਂ ਕਥਾ ਸੁਣੀ। ਬਾਬਾ ਗੁਰਦਿੱਤਾ ਜੀ ਜਦੋਂ ਪਹੁੰਚੇ, ਆਖਿਆ ਸਾਈਂ ਜੀ ਮੈਂ ਗੁਰੂ ਦਾ ਪੋਤਿਆਂ, ਲਿਆਓ ਦੁੱਧ ਛਕਾਓ ਜੀ। ਗੁਰੂ ਨਾਨਕ ਸਾਹਿਬ ਪਹਿਲਾਂ ਹੀ ਸਾਈਂ ਬੁੱਢਣ ਸ਼ਾਹ ਨੂੰ ਕਹਿ ਗਏ ਸੀਗੇ, ਛੇਵਾਂ ਜਾਮਾ ਜਦੋਂ ਸਾਡਾ ਹੋਏਗਾ ਉਦੋਂ ਸਾਡੇ ਪੁੱਤਰ ਹੋਣਗੇ ਬਾਬਾ ਗੁਰਦਿੱਤਾ ਜੀ, ਉਹ ਤੁਹਾਡੇ ਕੋਲੋਂ ਦੁੱਧ ਪੀਣਗੇ ਜੀ। ਦੋ ਧਾਰਾਵਾਂ ਨੇ, ਕਈ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਛਕਿਆ ਤੇ ਕਈ ਕਹਿੰਦੇ ਬਾਬਾ ਗੁਰਦਿੱਤਾ ਜੀ ਨੇ ਛਕਿਆ ਜੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣ ਕਵੀ, ਮਹਾਨ ਕਵੀ, ਬੜੇ ਵੱਡੇ ਮਹਾਂਪੁਰਖ, ਜਿਨ੍ਹਾਂ ਨੇ ਗਿੱਠਾਂ ਨਾਲ ਮਿਣ ਮਿਣ ਕੇ ਇਤਿਹਾਸ ਲਿਖਿਆ ਜੀ, ਉਹਨਾਂ ਬਾਬਾ ਗੁਰਦਿੱਤਾ ਜੀ ਦਾ ਜ਼ਿਕਰ ਕੀਤਾ। ਇਹ ਸਾਖੀ ਸੁਣ ਕੇ ਸ਼ੰਕੇ 'ਚ ਨਹੀਂ ਪੈਣਾ
ਗੱਲ ਤੇ ਇਹ ਸੀ ਵੀ ਸਾਈਂ ਬੁੱਢਣ ਸ਼ਾਹ ਜੀ ਘਰੋਂ ਦਾ ਦੁੱਧ ਰੱਖ ਕੇ ਬੈਠੇ ਸੀਗੇ ਜੀ। ਬਾਬਾ ਗੁਰਦਿੱਤਾ ਜੀ ਵੀ ਤੇ ਗੁਰੂ ਜੀ ਦਾ ਹੀ ਰੂਪ ਨੇ, ਤੇ ਗੁਰੂ ਹਰਗੋਬਿੰਦ ਸਾਹਿਬ ਤੇ ਆਪ ਮਾਲਕ ਨੇ ਜੀ। ਬਾਬਾ ਗੁਰਦਿੱਤਾ ਜੀ ਨੇ ਸਾਈਂ ਬੁੱਢਣ ਸ਼ਾਹ ਜੀ ਦੇ ਕੋਲ ਬੈਠ ਕੇ ਆਉਣ ਵਾਲੇ ਸਮੇਂ ਦੀਆਂ ਗੱਲਾਂ ਕੀਤੀਆਂ। ਸਾਈਂ ਬੁੱਢਣ ਸ਼ਾਹ ਕਹਿੰਦੇ, ਸੁਣੋ, ਜੋ ਮੈਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਪਤਾ ਉਹ ਮੈਂ ਤੁਹਾਨੂੰ ਦੱਸ ਦਿੰਦਾ। ਚੇਤਾ ਰੱਖਿਓ ਪਿਆਰਿਓ, ਨਾਮ ਵਿੱਚ ਬੜੀ ਵੱਡੀ ਤਾਕਤ ਹੈਗੀ ਹੈ ਜੀ। ਪਰਮੇਸ਼ਰ ਦੇ ਨਾਮ ਵਿੱਚ ਬਹੁਤੀ ਵੱਡੀ ਤਾਕਤ ਹੈ, ਬਹੁਤੀ ਵੱਡੀ ਤਾਕਤ ਹੈ। ਇੰਨੀ ਵੱਡੀ ਪਰਮੇਸ਼ਰ ਦੇ ਨਾਮ ਵਿੱਚ ਤਾਕਤ ਹੈਗੀ ਹੈ, ਦੁਨੀਆ ਦਾ ਕੋਈ ਬੰਦਾ ਤੁਹਾਨੂੰ ਬੋਲ ਕੇ ਨਹੀਂ ਦੱਸ ਸਕਦਾ ਵੀ ਨਾਮ ਜਪਿਆ ਕੀ ਕੀ ਹੋ ਸਕਦਾ ਹੈ ਜੀ। ਹਾਂ, ਇਹ ਜ਼ਰੂਰ ਕਹਿ ਸਕਦੇ ਹਾਂ, ਨਾਮ ਜਪਿਆ ਸਭ ਕੁਝ ਹੋ ਸਕਦਾ ਹੈ ਜੀ। ਜੋ ਤੁਸੀਂ ਸੋਚਿਆ ਉਹ ਵੀ ਹੋ ਸਕਦਾ ਹੈ, ਤੇ ਜੋ ਸਾਡੀ ਸੋਚ ਵਿੱਚ ਨਹੀਂ ਆ ਸਕਦਾ ਉਹ ਵੀ ਹੋ ਸਕਦਾ ਹੈ ਜੀ। ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਕੋਈ ਵਰਣਨ ਨਹੀਂ ਕਰ ਸਕਦਾ। ਨਾਮ ਦੇ ਪ੍ਰਤਾਪ ਨਾਲ ਸਾਈਂ ਬੁੱਢਣ ਸ਼ਾਹ ਨੂੰ ਸਾਰੀ ਗੱਲ ਦਾ ਪਹਿਲਾਂ ਹੀ ਪਤਾ ਲੱਗ ਗਿਆ ਜੀ। ਬੁੱਢਣ ਸ਼ਾਹ ਜੀ ਕਹਿਣ ਲੱਗੇ, ਗੁਰਦਿੱਤਾ ਜੀ, ਇਸੇ ਹੀ ਨਗਰੀ 'ਚ ਤੁਹਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਆਉਣਗੇ। ਜੰਗ ਬੜਾ ਵੱਡਾ ਹੋਏਗਾ ਤੇ ਜੰਗ ਜਿੱਤ ਕੇ ਉਹਨਾਂ ਨੇ ਇੱਥੇ ਆਉਣਾ ਹੈ। ਜਦੋਂ ਇੱਥੇ ਆਉਣਗੇ, ਜਿਹੜਾ ਨਗਰ ਤੁਸੀਂ ਵਸਾਓਗੇ, ਇੱਥੇ ਆਉਣਗੇ, ਉਹਨਾਂ ਦੇ ਨਾਲ ਉਹਨਾਂ ਦਾ ਸਾਰਾ ਪਰਿਵਾਰ ਹੋਏਗਾ। ਇੱਥੇ ਤੁਹਾਡੇ ਪਿਤਾ ਜੀ ਨੇ ਸਰੀਰ ਤਿਆਗਣਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਵਾਕਈ ਕੀਰਤਪੁਰ ਸਾਹਿਬ ਫਿਰ ਸਰੀਰ ਤਿਆਗਿਆ। ਅਗਲੀ ਗੱਲ ਵੀ ਦੱਸ ਦਿੱਤੀ, ਤੁਹਾਡੇ ਘਰ ਇੱਕ ਪੁੱਤਰ ਦਾ ਜਨਮ ਹੋਰ ਹੋਏਗਾ। ਉਸ ਪੁੱਤਰ ਨੇ ਗੁਰਤਾ ਗੱਦੀ ਦਾ ਮਾਲਕ ਬਣਨਾ ਹੈ। ਇਸੇ ਨਗਰ 'ਚ ਉਹ ਰਹਿਣਗੇ ਤੇ ਬਹੁਤ ਵੱਡਾ ਸਿੱਖੀ ਦਾ ਵਿਸਥਾਰ ਕਰਨਗੇ। ਆਉਣ ਵਾਲੇ ਸਮੇਂ ਦੀਆਂ ਗੱਲਾਂ ਦੱਸ ਦਿੱਤੀਆਂ ਜੀ। ਪਰਮੇਸ਼ਰ ਦੇ ਨਾਮ ਨਾਲ ਸਾਰਾ ਕੁਝ ਪਤਾ ਲੱਗਦਾ ਜੀ। ਜਪੋ ਨਾਮ, ਆਉਣ ਵਾਲੇ ਸਮੇਂ 'ਚ ਜੋ ਹੋਣਾ ਉਹ ਤੁਹਾਨੂੰ ਪਹਿਲਾਂ ਹੀ ਪਤਾ ਲੱਗਣ ਲੱਗ ਪਏਗਾ ਜੀ। ਨਾਮ ਦੀ ਤਾਕਤ ਹੈਗੀ ਹੈ ਜੀ। ਬਾਬਾ ਜੀ ਨੇ ਪੁੱਛਿਆ ਵੀ ਕੀਰਤਪੁਰ ਸਾਹਿਬ ਨਗਰ ਕਿੱਥੇ ਵਸਾਈਏ। ਸਾਈਂ ਬੁੱਢਣ ਸ਼ਾਹ ਨੇ ਦੱਸਿਆ ਵੀ ਪਹਾੜੀ ਦੇ ਹੇਠਲੇ ਪਾਸੇ ਵਸਾ ਲਓ। ਅੱਜ ਵੀ ਉੱਥੇ ਉਹ ਨਗਰ ਵਸਿਆ। ਇੱਕ ਵਿਦਵਾਨ ਲਿਖਦਾ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਇੱਥੇ ਨਾ ਹਿੰਦੂ ਨਾ ਮੁਸਲਮਾਨ ਦਾ। ਇਹ ਨਹੀਂ ਵੀ ਹਿੰਦੂ ਮੁਸਲਮਾਨ ਬੁਰੇ ਨੇ, ਨਹੀਂ। ਕਹਿੰਦੇ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਵਸਦਾ ਗੁਰਾਂ ਦੇ ਨਾਮ। ਵੇਖੋ, ਚੱਪਾ ਚੱਪਾ ਗੁਰੂ ਨਾਨਕ ਸਾਹਿਬ ਜੀ ਨੇ ਜਰਖੇਜ ਕੀਤਾ। ਅੰਮ੍ਰਿਤਸਰ ਤੇ ਸੰਗਤ ਜੀ ਉਹ ਗੁਰੂ ਰਾਮਦਾਸ ਜੀ ਦੀ ਨਗਰੀ, ਗੁਰਦਾਸਪੁਰ ਭਾਈ ਗੁਰਦਾਸ ਜੀ ਦੇ ਨਾਮ ਉੱਤੇ ਵਸਿਆ ਜੀ। ਬਟਾਲਾ, ਇਸ ਨਗਰ ਨੂੰ ਗੁਰੂ ਨਾਨਕ ਸਾਹਿਬ ਨੇ ਪਵਿੱਤਰ ਕੀਤਾ। ਖਡੂਰ ਸਾਹਿਬ ਫੇਰ ਵਸਾਇਆ ਫੇਰਵਾਨ ਸਤਿਗੁਰ ਖਾਡੂਰ। ਉਰੇ ਤੋਂ ਅੱਗੇ ਚਲੇ ਜਾਓ ਗੋਇੰਦਵਾਲ ਸਾਹਿਬ, ਉੱਥੇ ਗੁਰੂ ਅਮਰਦਾਸ ਸਾਹਿਬ ਜੀ 22 ਸਾਲ ਰਹੇ ਜੀ ਸਰੀਰ ਕਰਕੇ ਜੀ, ਗੋਇੰਦਵਾਲ ਸਾਹਿਬ। ਅੱਗੇ ਚਲੇ ਜਾਓ ਸੁਲਤਾਨਪੁਰ ਲੋਧੀ, ਉਰੇ ਤੋਂ ਅੱਗੇ ਚਲੇ ਜਾਓ ਡੱਲਾ। ਕਿੰਨੇ ਨਗਰ ਨੇ ਜਿਹੜੇ ਗੁਰੂ ਸਾਹਿਬਾਨ ਨੇ ਵਸਾਏ ਹੋਏ ਨੇ ਜੀ। ਇੱਧਰ ਕਰਤਾਰਪੁਰ ਸਾਹਿਬ ਆ, ਸ੍ਰੀ ਹਰਗੋਬਿੰਦਪੁਰ ਹੈ, ਕਿੰਨੇ ਨਗਰ ਨੇ। ਆਨੰਦਪੁਰ ਸਾਹਿਬ ਹੈ ਜੀ, ਤਰਨਤਾਰਨ ਸਾਹਿਬ ਹੈ ਜੀ, ਆਨੰਦਪੁਰ ਸਾਹਿਬ ਹੈ, ਸ੍ਰੀ ਕੀਰਤਪੁਰ ਸਾਹਿਬ ਹੈ। ਬੜੇ ਹੀ ਨਗਰ ਜਿਹੜੇ ਗੁਰੂ ਸਾਹਿਬਾਨ ਨੇ ਵਸਾਏ ਜੀ। ਅਸ਼ਰ ਟੇਲ ਕੁਝ ਨਹੀਂ ਸੀ ਹੁੰਦਾ ਜੀ, ਗੁਰੂ ਜੀ ਨੇ ਭਾਗ ਲਾਏ ਜੀ। ਕੱਲੇ ਇਸ ਪੰਜਾਬ ਵਿੱਚ ਨਹੀਂ, ਲਗਭਗ 500 ਤੋਂ ਉੱਤੇ ਸਥਾਨ ਜਿਹੜੇ ਆ ਉਹ ਸਤਿਗੁਰਾਂ ਦੇ ਇਤਿਹਾਸਕ ਸਥਾਨ ਜਿਹੜੇ ਆ ਉਹ ਪਾਕਿਸਤਾਨ ਵਾਲੇ ਪੰਜਾਬ ਦੇ ਵਿੱਚ ਰਹਿ ਗਏ ਆ ਜੀ। ਕਿੰਨੇ ਅਸਥਾਨ ਮਹਾਰਾਜ ਜੀ ਨੇ ਵਸਾਏ ਜੀ। ਹਾਂਜੀ, ਬਹੁਤ ਸਾਰੇ ਪਿੰਡ ਨੇ, ਨਗਰ ਨੇ ਜਿਹੜੇ ਸਤਿਗੁਰਾਂ ਨੇ ਇੱਥੇ ਵਸਾਏ ਆ। ਜ਼ਮੀਨਾਂ ਮੁੱਲ ਲੈ ਲੈ ਕੇ ਵਸਾਏ ਆ ਜੀ, ਮੁੱਲ ਲੈ ਲੈ ਕੇ ਵਸਾਏ ਆ। ਇੱਕ ਨਗਰ ਹੈ ਗੁਰੂ ਹਰ ਰਾਏਪੁਰ, 7ਵੇਂ ਪਾਤਸ਼ਾਹ ਦਾ ਵਸਾਇਆ ਹੋਇਆ ਜੀ। ਮਾਲਵੇ ਦੇ ਵਿੱਚ ਕੁਝ ਨਹੀਂ ਸੀ ਹੁੰਦਾ ਜੀ। ਹਾਂਜੀ, ਗੁਰੂ ਗੋਬਿੰਦ ਸਿੰਘ ਜੀ ਨੇ ਪਵਿੱਤਰ ਕੀਤੀ ਧਰਤੀ, ਸਤਿਗੁਰੂ ਜੀ ਨੇ ਉੱਥੇ ਚਰਨ ਪਾਏ ਜੀ। ਰੇਤੀਲਾ ਇਲਾਕਾ,
ਤੇ ਮਹਾਰਾਜ ਤੁਰੇ ਜਾਣ ਤੇ ਭਾਈ ਡੱਲੇ ਨੂੰ ਕਿਹਾ, ਵੇਖ ਡੱਲਿਆ ਅੰਬਾਂ ਦੇ ਬੂਟੇ ਲੱਗੇ ਆ। ਵਾਹਿਗੁਰੂ ਰੁੱਖ ਲੱਗੇ ਤੇ ਅੰਬ ਲਟਕਣ ਦੇ ਆ। ਡੱਲਾ ਕਹਿੰਦਾ ਮਹਾਰਾਜ ਕਿੱਥੇ ਹੈਗਾ, ਕੁਝ ਵੀ ਨਹੀਂ ਹੈਗਾ। ਮਹਾਰਾਜ ਕਹਿੰਦੇ ਡੱਲਿਆ ਜੇ ਤੂੰ 7 ਵਚਨ ਕਰਦਾ ਤੇ ਹੁਣੇ ਹੀ ਸਾਰੀ ਖੇਡ ਬਣ ਜਾਣੀ ਸੀ, ਪਰ ਤੂੰ 7 ਵਚਨ ਨਹੀਂ ਕੀਤਾ। ਇਹ ਵੀ ਬੰਦੇ ਦੀ ਕਿਸਮਤ, ਮੌਕੇ ਤੇ 7 ਵਚਨ ਨਹੀਂ ਹੁੰਦਾ ਜੀ। ਕਈ ਸੇਰੀ ਡਾਈ ਜਾਣਗੇ, ਅੱਗੋਂ ਸੇਰੀ ਡਾਈ ਜਾਣਗੇ। ਨਹੀਂ, ਕੋਈ ਗੁਰਮੁਖ ਪਿਆਰਾ ਮਹਾਤਮਾ ਮਿਲੇ, ਉਹ ਤੁਹਾਨੂੰ ਕਵੇ 2 ਤੇ 2 5, ਤੁਸੀਂ ਹੱਥ ਜੋੜ ਕੇ ਕਿਉਂ ਮਹਾਰਾਜ 5 ਹੀ ਹੁੰਦੇ ਆ। ਉੱਥੇ ਆਪਣਾ ਨਾ ਹਿਸਾਬ ਕਿਤਾਬ ਦੱਸਣ ਲੱਗ ਪਿਓ ਵੀ ਨਹੀਂ 4 ਹੁੰਦੇ ਆ, ਆਪਣਾ ਨਾ ਹਿਸਾਬ ਦੱਸਣ ਲੱਗ ਪਿਓ। ਬੜੇ ਨਗਰ ਸੱਤੇ ਪਾਤਸ਼ਾਹ ਮਹਾਰਾਜ ਨੇ ਵਸਾਏ। ਪਾਕਿਸਤਾਨ ਦੇ ਵਿੱਚ ਕਰਤਾਰਪੁਰ ਹੈ, ਉਹ ਸਤਿਗੁਰੂ ਜੀ ਨੇ ਵਸਾਇਆ ਜੀ। ਇਸ ਕਰਕੇ ਬੜੇ ਹੀ ਨਗਰ ਨੇ। ਅੱਗੇ ਕਥਾ ਚਾਹੇਗਾ। ਗੁਰੂਸਰ ਮਹਾਰਾਜ ਵਾਲਾ ਸਾਰਾ ਇਲਾਕਾ ਉਜਾੜ ਸੀ, ਸੱਚੇ ਪਾਤਸ਼ਾਹ ਨੇ ਚਰਨ ਪਾਏ ਤੇ ਉਹਨੂੰ ਵਸਾਇਆ ਜੀ। ਸੋ ਗੁਰੂ ਜੀ ਮਿਹਰਾਂ ਕਰਨ। ਇੱਕ ਹੋਰ ਨਗਰ ਵਿੱਚ ਵਾਧਾ ਹੋਇਆ ਜੀ, ਸ੍ਰੀ ਕੀਰਤਪੁਰ ਸਾਹਿਬ ਦੇ ਵਿੱਚ ਵਾਧਾ ਹੋਇਆ ਜੀ। ਕੀਰਤਪੁਰ ਸਾਹਿਬ ਵਿੱਚ ਵਾਧਾ ਹੋਇਆ। ਬੜੇ ਨਗਰ ਸੰਗਤ ਜੀ ਐਸੇ ਨੇ ਜਿਹੜੇ ਪਹਿਲਾਂ ਹੋਰ ਸੀ, ਗੁਰੂ ਜੀ ਦੇ ਚਰਨ ਪੈ ਗਏ, ਭਾਗ ਲੱਗ ਗਏ ਜੀ ਉੱਥੇ ਜੀ। ਵਡਾਲੀ ਨੂੰ ਲੋਕ ਵਡਾਲੀ ਕਹਿੰਦੇ ਸੀਗੇ, ਗੁਰੂ ਜੀ ਦੇ ਚਰਨ ਪੈ ਗਏ, ਉਹ ਗੁਰੂ ਕੀ ਵਡਾਲੀ ਬਣ ਗਿਆ ਜੀ। ਉਸ ਇਲਾਕੇ ਨੂੰ ਸਤਿਗੁਰਾਂ ਨੇ ਇਸ ਤਰੀਕੇ ਨਾਲ ਪਵਿੱਤਰ ਕਰ ਦਿੱਤਾ। ਔਰ ਜਿੱਥੇ ਜਿਹੜੇ ਜਿਹੜੇ ਪਿੰਡ ਨਗਰ ਗੁਰੂ ਜੀ ਦੇ ਵਸਾਏ ਹੋਏ ਆ ਨਾ, ਉਹਨਾਂ ਚੋਂ ਇੱਕ ਵੀ ਮਾੜਾ ਨਹੀਂ ਹੈਗਾ ਜੀ। ਉਹ ਬੜੇ ਜਰਖੇਜ ਨੇ, ਬੜੇ ਬੜੇ ਸਿਆਣੇ ਦਾਨੇ ਪੁਰਸ਼ ਉਹਨਾਂ ਨਗਰਾਂ ਦੇ ਵਿੱਚ ਰਹਿੰਦੇ ਆ ਜੀ। ਸੋ ਇੱਕ ਨਗਰ ਹੋਰ ਵਸਿਆ, ਸ੍ਰੀ ਕੀਰਤਪੁਰ ਸਾਹਿਬ। ਔਰ ਤੁਸੀਂ ਜਿੰਨੇ ਗੁਰੂ ਸਾਹਿਬਾਨ ਨੇ ਨਗਰ ਵਸਾਏ ਆ, ਉਹਨਾਂ ਨਗਰਾਂ ਦੇ ਅਰਥ ਬੜੇ ਬੜੇ ਕਮਾਲ ਦੇ ਨੇ। ਅਰਥ ਕਮਾਲ। ਗੋਇੰਦਵਾਲ ਦਾ ਵੀ ਅਰਥ ਹੈ, ਖਡੂਰ ਦਾ ਵੀ ਅਰਥ ਹੈ, ਅੰਮ੍ਰਿਤਸਰ ਦਾ ਵੀ ਅਰਥ ਹੈ, ਤਰਨ ਤਾਰਨ ਦਾ ਵੀ ਅਰਥ ਹੈ। ਹਰ ਨਗਰ ਦੇ ਅਰਥ ਨੇ, ਬਿਨਾਂ ਅਰਥਾਂ ਤੋਂ ਨਹੀਂ ਹੈ। ਸੋ ਗੁਰੂ ਜੀ ਕਿਰਪਾ ਕਰਨ। ਸ੍ਰੀ ਕੀਰਤਪੁਰ ਸਾਹਿਬ ਵਸਿਆ। ਉੱਥੇ ਹੀ ਬਾਬਾ ਗੁਰਦਿੱਤਾ ਜੀ ਆਪਣੀ ਪਤਨੀ ਔਰ ਪੁੱਤਰ ਧੀਰਮਲ ਦੇ ਨਾਲ ਰਹਿਣ ਲੱਗੇ। ਉਸੇ ਹੀ ਨਗਰ ਵਿੱਚ ਗੁਰੂ ਹਰਿਰਾਏ ਸਾਹਿਬ ਜੀ ਦੇ ਜਨਮ ਦਾ ਸਮਾਂ ਵੀ ਨੇੜੇ ਆ ਰਿਹਾ ਜੀ। ਸਤਿਗੁਰੂ ਦੇ ਅਵਤਾਰ ਦਾ ਸਮਾਂ ਨੇੜੇ ਆ ਰਿਹਾ। ਔਰ ਕਿੱਡੇ ਕਮਾਲ ਦੀ ਗੱਲ ਹੈ, ਕੱਲਾ ਗੁਰੂ ਹਰਿਰਾਏ ਸਾਹਿਬ ਜੀ ਦਾ ਹੀ ਨਹੀਂ ਉੱਥੇ ਆਗਮਨ ਹੋਇਆ, ਉੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਵੀ ਆਗਮਨ ਹੋਇਆ ਜੀ। ਪਿੱਛੇ ਜੇ ਜਦੋਂ ਯਾਤਰਾ ਗਏ, ਸੰਗਤ ਨੇ ਉੱਥੇ ਬੈਠੇ ਸ਼ੀਸ਼ ਮਹਿਲ ਸਾਹਿਬ, ਇਤਿਹਾਸ ਵੀ ਉੱਥੇ ਦਾਸ ਨੇ ਬੈਠ ਕੇ ਸੁਣਾਇਆ ਸੀ। ਸੰਗਤਾਂ ਨੇ ਉੱਥੇ ਬੈਠ ਕੇ ਕੀਰਤਨ ਕੀਤਾ, ਗੁਰ ਮੰਤਰ ਦਾ ਜਾਪ ਕੀਤਾ। ਉਹ ਪਵਿੱਤਰ ਸਥਾਨ ਦੀ ਸਾਡਾ ਪ੍ਰਚਾਰ ਕਿਤੇ ਕਿੰਨਾ ਕੁ ਵੱਡਾ ਹੈ, ਮੈਨੂੰ ਮਾਫ ਕਰਿਓ। ਇੰਨਾ ਲੰਮਾ ਸਮਾਂ ਹੋ ਗਿਆ, ਕੌਮ ਨੂੰ ਇਹੋ ਹੀ ਨਹੀਂ ਪਤਾ ਵੀ 8ਵੇਂ ਪਾਤਸ਼ਾਹ ਦਾ ਅਵਤਾਰ ਕਿੱਥੇ ਹੋਇਆ ਜੀ। ਕੌਮ ਨੂੰ ਇਹੋ ਹੀ ਨਹੀਂ ਪਤਾ ਵੀ ਗੁਰੂ ਹਰਿਰਾਏ ਸਾਹਿਬ ਦਾ ਅਵਤਾਰ ਕਿੱਥੇ ਹੋਇਆ ਜੀ। ਸੋ ਦੱਸਿਆ ਕਰੋ ਆਪਣੇ ਬੱਚਿਆਂ ਨੂੰ, ਘੱਟੋ ਘੱਟ ਨਹੀਂ ਸਾਡੇ ਬੱਚਿਆਂ ਨੂੰ 10 ਗੁਰੂ ਸਾਹਿਬਾਨ ਦੇ ਨਾਮ, ਉਹਨਾਂ ਦੀਆਂ ਪਤਨੀਆਂ ਦੇ ਨਾਮ, ਉਹਨਾਂ ਦੇ ਪੁੱਤਰਾਂ ਦੇ ਨਾਮ, ਕਿੱਥੇ ਉਹਨਾਂ ਦਾ ਅਵਤਾਰ ਹੋਇਆ, ਕਿੱਥੇ ਉਹ ਸੱਚਖੰਡ ਬਿਆਨਾ ਕੀਤੇ, ਇਹਨਾਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਜੀ। ਨਹੀਂ ਤਾਂ ਕੀ ਹੈ, ਉਹ ਆਨੰਦਪੁਰ ਸਾਹਿਬ ਹੋਲਾ ਮਹੱਲਾ ਜੀ, ਪੱਤਰਕਾਰ ਪੁੱਛਦਾ ਬੱਚਿਓ ਆਨੰਦਪੁਰ ਸਾਹਿਬ ਕੀ ਹੋਇਆ, ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਇੱਥੇ ਜੀ। ਨਮੋਸ਼ੀ ਹੁੰਦੀ ਹੈ, ਲੱਖਾਂ ਦੀ ਗਿਣਤੀ 'ਚ ਸੰਗਤਾਂ ਪਹੁੰਚਦੀਆਂ, ਅਜੇ ਅਸੀਂ ਇੰਨਾ ਵੀ ਪ੍ਰਚਾਰ ਨਹੀਂ ਕਰ ਸਕੇ ਜੀ। ਸਾਰੇ ਸਿੱਖ ਪ੍ਰਚਾਰਕ ਬਣੋ, ਤੁਸੀਂ ਸਾਰੇ ਹੀ ਪ੍ਰਚਾਰਕ ਹੋ। ਹਰ ਇੱਕ ਸਿੱਖ ਆਪਣੇ ਬੱਚਿਆਂ ਨੂੰ ਦੱਸੇ, ਜਿਹੜੇ ਤੱਕ ਪਹੁੰਚ ਹੈ ਉਹਨੂੰ ਦੱਸੇ। ਸਾਰੇ ਹੀ ਆਪਾਂ ਪ੍ਰਚਾਰਕ ਹਾਂ। ਹੁਣ ਆਓ ਆਪਾਂ ਅੱਗੋਂ ਗੁਰੂ ਜੀ ਦੀ ਕਥਾ ਸੁਣੀਏ, ਮਹਾਰਾਜ ਕੀ ਕਿਰਪਾ ਕਰਦੇ ਆ। ਸਭ ਸੰਗਤ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਉਤ ਸ਼੍ਰੀ ਹਰਗੋਬਿੰਦ ਕੀ ਗਾਥਾ। ਹਾਂਜੀ। ਸੁਨਹੁ ਸੰਤ ਸਿੱਖ ਪ੍ਰੀਤੀ ਸਾਥਾ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗਾਥਾ ਸੁਣੋ, ਸਤਿਗੁਰੂ ਜੀ ਦੀ ਕਥਾ ਸੁਣੋ। ਸਿੱਖ
ਭਾਈ ਸੰਤੋਖ ਸਿੰਘ ਜੀ ਕਹਿੰਦੇ ਸੁਣੋ ਸੰਤ ਸਿੱਖ ਪ੍ਰੀਤੀ ਸਾਥਾ। ਕਥਾ ਸੁਣਨ ਵਾਲੇ ਵੀ ਸੰਤ ਹੀ ਹੁੰਦੇ ਜੇ, ਗੁਰੂ ਦਾ ਜਸ ਸੁਣਨਾ। ਤਾਈਓ ਅਸੀਂ ਸ਼ੇਰ ਸਿੰਘ ਜੀ ਨੂੰ ਜ਼ਬਰਦਸਤੀ ਅੱਜ ਬਿਠਾਇਆ ਜੀ। ਹੈਂ, ਕਹਿੰਦੇ ਸੰਤੋ ਪਿਆਰ ਨਾਲ ਛੇਵੇਂ ਪਾਤਸ਼ਾਹ ਦੀ ਕਥਾ ਸੁਣੋ। ਸੁਪਟਨ ਬ੍ਰਿੰਦ ਸਕੂਲਨ ਕਰੈ। ਗਰੀਬ ਨਵਾਜ ਜੀ ਨੇ ਬਹੁਤ ਸਾਰੇ ਸੂਰਮੇ ਇਕੱਠੇ ਕੀਤੇ, ਸਿਪਾਹੀ ਇਕੱਠੇ ਕੀਤੇ ਜੀ। ਆਯੁੱਧ ਵਿਦਿਆ ਮੈਂ ਹਿਤ ਧਰੈ। ਸ਼ਸਤਰ ਵਿਦਿਆ ਵਿੱਚ ਧਿਆਨ ਰੱਖਦੇ ਮਹਾਰਾਜ। ਬਹੁਤੀ ਵੱਡੀ ਵਿਦਿਆ ਹੈ ਸ਼ਸਤਰ ਵਿਦਿਆ, ਜਿਸ ਪਾਸੋਂ ਕੌਮ ਸਖਣੀ ਹੋਈ ਜਾਂਦੀ ਹੈ ਜੀ। ਹਾਂਜੀ, ਸ਼ੋਰਹਿ ਬਾਨ ਤੁਫੰਗਨ ਭਰ ਭਰ। ਤੀਰ ਛੱਡਦੇ ਮਹਾਰਾਜ, ਵਾਹਿਗੁਰੂ ਤੀਰ ਛੱਡਦੇ ਆ, ਕਮਾਨਾਂ ਚਲਾ ਲਾ, ਫਿਰ ਗੋਲੀਆਂ ਵੀ ਛੱਡਦੇ ਆ। ਹਾਂਜੀ, ਹੱਥ ਹੈ ਨਿਸ਼ਾਨੋ ਆਗੈ ਧਰ ਧਰ। ਨਿਸ਼ਾਨੇ ਦੇ ਉੱਤੇ ਮਾਰਦੇ ਆ। ਮੈਨੂੰ ਮਾਫ ਕਰਿਓ, ਅਸੀਂ ਇੱਕ ਮੇਲੇ ਵਿੱਚ ਗਏ, ਮੇਰੇ ਨਾਲ ਸਿੰਘ ਸੀਗੇ, ਉੱਥੇ ਨਿਸ਼ਾਨਾ ਲਾਉਣਾ ਸੀ, ਗਲਾਸਾਂ ਨੂੰ ਸੁੱਟਣਾ ਸੀਗਾ ਜੀ। ਸਾਡੇ ਤੋਂ ਕਿਸੇ ਦਾ ਹੀਆ ਨਾ ਪਵੇ ਵੀ ਫੁੱਟਬਾਲ ਫੜ ਕੇ ਨਿਸ਼ਾਨਾ ਲਾਈਏ, ਕਿਉਂ? ਪ੍ਰੈਕਟਿਸ ਨਹੀਂ ਹੈਗੀ ਜੀ। ਗੋਲੀ ਨਿਸ਼ਾਨੇ ਦੇ ਮਾਰਨੀ ਹੈ, ਇਹਦਾ ਮਹਾਰਾਜ ਅਭਿਆਸ ਕਰਦੇ ਆ। ਹਾਂਜੀ, ਕਬਹੋਂ ਅਖੇਰ ਬ੍ਰਿਤ ਕੋ ਕਰੈ। ਕਦੀ ਕਦੀ ਸੱਚੇ ਪਾਤਸ਼ਾਹ ਸ਼ਿਕਾਰ ਖੇਡਣ ਵੀ ਜਾਂਦੇ ਆ, ਮ੍ਰਿਗਨ ਉਧਾਰੈ ਪ੍ਰਾਨ ਜੇ ਹਰੈ। ਤੇ ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਹਿਰਨਾਂ ਨੂੰ ਵੀ ਮਾਰਦੇ ਆ। ਭਾਈ ਸਾਹਿਬ ਕਹਿੰਦੇ ਮਾਰਦੇ ਨਹੀਂ, ਉਧਾਰ ਕਰਦੇ ਆ ਸ਼ਿਕਾਰ ਤੇ ਜਾ ਕੇ। ਹਾਂਜੀ, ਸਿੱਖ ਸੰਗਤ ਚਹੁ ਦਿਸ਼ ਤੇ ਆਵੈ। ਚਾਰੇ ਪਾਸਿਓਂ ਸੰਗਤਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਂਦੀਆਂ, ਚਾਰੇ ਪਾਸਿਓਂ। ਕਿਉਂ? ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਚਾਰੇ ਪਾਸੇ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਜੈ ਜੈਕਾਰ। ਸੋ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਉੱਤਰ ਦੱਖਣ ਪੂਰਬ ਪੱਛਮ ਹਰ ਦਿਸ਼ਾ 'ਚੋਂ ਸੰਗਤ ਆਉਂਦੀ ਹੈ ਜੀ। ਮਨ ਬਾਂਸ਼ਤ ਗੁਰ ਤੇ ਬਰ ਪਾਵੈ। ਤੇ ਜੋ ਮੰਗਦੇ ਆ ਨਾ ਸੰਗਤ ਜੀ, ਉਹ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਪ੍ਰਾਪਤ ਹੋ ਜਾਂਦਾ ਹੈ। ਆਖੋ ਸਾਰੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਕੀਰਤ ਕਿਦਾਂ ਮਾਲਤੀ ਫੂਲੀ। ਇੱਕ ਜਿਵੇਂ ਮਾਲਤੀ ਦਾ ਫੁੱਲ ਹੁੰਦਾ ਜੀ, ਇੱਕ ਫੁੱਲ ਹੈ ਮਾਲਤੀ ਦਾ, ਉਹ ਫੁੱਲ ਜਦੋਂ ਖਿੜਿਆ ਹੋਵੇ ਨਾ ਜੀ, ਸਾਰੇ ਘਰ 'ਚ ਉਹਦੀ ਖੁਸ਼ਬੂ ਜਾਂਦੀ ਹੈ ਜੀ। ਹਾਂਜੀ, ਪੰਕਤ ਕਿਦਾਂ ਮਾਰਲਨ ਭੂਲੀ। ਕਹਿੰਦੇ ਬਸ ਇਸੇ ਤਰ੍ਹਾਂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕੀਰਤੀ ਖੁਸ਼ਬੂ ਸਾਰੇ ਪਾਸੇ ਜਾਂਦੀ ਹੈ। ਹਾਂਜੀ, ਜੋਧਾ ਗੁਰੂ ਮਹਾ ਉਪਕਾਰੀ। ਲੋਕ ਕਹਿੰਦੇ ਆ ਗੁਰੂ ਹਰਗੋਬਿੰਦ ਸਾਹਿਬ ਬੜੇ ਵੱਡੇ ਯੋਧੇ ਨੇ, ਤੇ ਜਿੱਥੇ ਯੋਧੇ ਨੇ ਉੱਥੇ ਬੜੇ ਵੱਡੇ ਪਰਉਪਕਾਰੀ ਵੀ ਨੇ। ਹਿਰਦੈ ਗਿਆਨ ਘਨ ਸਦ ਇਕਸਾਰੀ। ਸਦਾ ਗਿਆਨ ਦੇ ਵਿੱਚ ਰਹਿੰਦੇ, ਗਿਆਨ ਦੀ ਅਵਸਥਾ ਵਿੱਚ ਰਹਿੰਦੇ ਆ। ਇੱਕ ਸਾਰ ਗਿਆਨ ਦੀ ਅਵਸਥਾ ਵਿੱਚ ਮਹਾਰਾਜ ਰਹਿੰਦੇ ਆ। ਯੋਧੇ ਵੀ ਨੇ, ਪਰਉਪਕਾਰੀ ਵੀ ਨੇ। ਵੱਡ ਯੋਧਾ ਬਹੁ ਪਰਉਪਕਾਰੀ। ਦੇਸ਼ ਵਿਦੇਸ਼ਨ ਸਕਲ ਜਹਾਨ। ਦੇਸ਼ਾਂ ਤੋਂ, ਆਪਣੇ ਦੇਸ਼ ਵਿੱਚੋਂ, ਵਿਦੇਸ਼ਾਂ ਵਿੱਚੋਂ, ਸਾਰੇ ਸੰਸਾਰ ਵਿੱਚੋਂ ਹੀ ਤੁਰਤ ਸਹਾਇਕ ਹੋਹੈ ਸੁਖਦਾਨ। ਕੋਈ ਕਿਤੇ ਵੀ ਬੈਠਾ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰੇ, ਮਹਾਰਾਜ ਉਹਦੀ ਸਹਾਇਤਾ ਕਰਦੇ ਆ। ਮਨੋਂ ਯਾਦ ਕਰੇ ਸਹੀ ਬੰਦਾ। ਅੱਜ ਵੀ ਸੰਗਤ ਜੀ ਉਹਦੀ ਸਹਾਇਤਾ ਕਰਦੇ ਆ, ਅੱਜ ਵੀ ਸਹਾਇਤਾ ਕਰਦੇ। ਮੈਂ ਉਦੋਂ ਅਸੀਂ ਚੈਨਲ ਤੇ ਨਵੀਂ ਕਥਾ ਆਰੰਭ ਹੋਈ ਸੀਗੀ ਜੀ, ਉਦੋਂ ਵੀ ਛੇਵੇਂ ਪਾਤਸ਼ਾਹ ਦੀ ਕਥਾ ਆਰੰਭ ਹੋਈ ਸੀ। ਇੱਥੇ ਮਿਲਣ ਇੱਕ ਬੀਬੀ ਜੀ ਆਏ ਇੰਗਲੈਂਡ ਤੋਂ, ਤਾਂ ਆਪਣੇ ਨਾਲ ਅੰਗਰੇਜ਼ਣ ਨੂੰ ਲੈ ਕੇ ਆਏ ਜੀ। ਅੰਗਰੇਜ਼ਣ ਨੂੰ, ਗੋਰੀ ਨੂੰ। ਬੀਬੀ ਜੀ ਉੱਥੇ ਲਾਇਰ ਸਨ। ਕਹਿੰਦੇ ਮੈਂ ਕਥਾ ਸੁਣੀ ਸੀ ਤੇ ਤੁਸੀਂ ਕਥਾ 'ਚ ਕਿਹਾ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਜਪੀ ਚੱਲੋ। ਮਹਾਰਾਜ ਰਾਖੀ ਕਰਦੇ, ਸਹਾਇਤਾ ਕਰਦੇ ਆ। ਕਹਿੰਦੇ ਆਹ ਗੋਰੀ ਬੈਠੀ ਤੇ ਮੇਰੇ ਨਾਲ, ਇਹ ਗੋਰੀ ਫਸੀ ਸੀਗੀ ਕਿਸੇ ਕੇਸ ਵਿੱਚ ਬੜੀ ਬੁਰੀ ਤਰ੍ਹਾਂ। ਮੈਂ ਵਕੀਲ ਸਾਂ, ਮੈਨੂੰ ਪਤਾ ਸੀ ਵੀ ਇਹਨੇ ਹਾਰ ਜਾਣਾ। ਮੈਂ ਰਾਤ ਕਥਾ ਸੁਣੀ, ਦਿਨੇ ਇਹਨੂੰ ਮਿਲ ਕੇ ਕਿਹਾ ਤੂੰ ਕਿਆ ਕਰ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਹੁਣ ਉਹ ਗੋਰੀ ਜੀ ਉਹਨੇ ਯਾਦ ਕੀਤਾ ਜੀ। ਕਹਿੰਦੀ ਵੀ ਮੈਂ ਕਿਹਾ ਵੀ ਤੂੰ ਇਹੋ ਕੁਝ ਹੀ ਕਰੀ ਜਾਣਾ, ਬਸ ਗੁਰੂ ਸਾਹਿਬ ਦਾ ਹੀ ਨਾਮ ਲਈ ਜਾਣਾ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਇੰਗਲੈਂਡ ਦੀ ਧਰਤੀ ਤੇ ਉਹਦਾ ਜਨਮ ਹੋਇਆ।
ਸਿੱਖੀ ਬਾਰੇ ਉਸ ਗੋਰੀ ਨੂੰ ਪਤਾ ਨਹੀਂ। ਇਹ ਵੀ ਨਹੀਂ ਪਤਾ ਵੀ ਗੁਰੂ ਹਰਗੋਬਿੰਦ ਸਾਹਿਬ ਕੌਣ ਨੇ, ਕਿਹੋ ਜਿਹੇ ਨੇ। ਬਸ ਉਹ ਇੱਕ ਬੀਬੀ ਦੇ ਕਹਿਣ ਤੇ ਮਹਾਰਾਜ ਦਾ ਨਾਮ ਲੈਣ ਲੱਗੀ, ਕਹਿੰਦੀ ਇਹਦੀ ਕੇਸ 'ਚ ਜਿੱਤ ਹੋਈ ਜੇ ਹੁਣੇ ਹੀ। ਸ਼ੁਕਰਾਨਾ ਕਰਨ ਵਾਸਤੇ ਆਈ ਤੇ ਅਕਾਲ ਤਖਤ ਸਾਹਿਬ ਸ਼ੁਕਰਾਨਾ ਕਰਨ ਵਾਸਤੇ ਕਹਿਣ ਲੱਗੀ, ਨਾਮ ਲੈਣ ਨਾਲ ਹੀ ਗੱਲ ਬਣ ਗਈ ਜੀ। ਭਰੋਸੇ ਨਾਲ ਨਾਮ ਨਹੀਂ ਲਿਆ ਜਾਂਦਾ ਜੀ। ਹਾਂਜੀ, ਦੇਸ਼ ਵਿਦੇਸ਼ਨ ਸਗਲ ਜਹਾਨ, ਤੁਰਤ ਸਹਾਇਕ ਹੋਏ ਸੁਖਦਾਨ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਕੋਈ ਬਹਿ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਦਾ, ਗੁਰੂ ਹਰਗੋਬਿੰਦ ਸਾਹਿਬ ਤੁਰੰਤ ਹੀ ਉਹਦੀ ਸਹਾਇਤਾ ਕਰਦੇ ਆ ਜੀ, ਤੁਰੰਤ ਹੀ ਜੀ। ਹਾਂਜੀ, ਅਨਿਕ ਕਾਮਨਾ ਹਲਤ ਮਝਾਰੀ। ਇਸ ਲੋਕ ਦੇ ਵਿੱਚ ਬੰਦੇ ਨੇ ਜਿਉਂਦਾ ਰਹਿਣਾ, ਬੜੀਆਂ ਉਹਦੀਆਂ ਇੱਛਾਵਾਂ ਹੈਗੀਆਂ ਜੀ, ਲੋੜਾਂ ਹੈਗੀਆਂ ਜੀ। ਹਾਂਜੀ, ਆਪਾਂ ਰਹਿੰਦੇ ਆ ਇੱਥੇ ਹੀ ਨਹੀਂ ਬਹਿ ਸਕਦੇ ਜੇ ਗਲ 'ਚ ਕੱਪੜੇ ਨਾ ਪਾਏ ਹੋਣ ਜੀ। ਕੱਪੜਾ ਵੀ ਤਾਂ ਲੋੜ ਹੈਗੀ ਨਾ ਜੀ। ਇੱਕ ਆਪਣੇ ਤੋਂ ਹੀ ਸ਼ੁਰੂ ਹੋ ਜਾਓ, ਜਿਹੜੀਆਂ ਚੀਜ਼ਾਂ ਹੀ ਵਰਤਦੇ ਆ ਜੀ। ਇੱਥੇ ਬਹਿ ਨਹੀਂ ਸਕਦੇ ਜਿੰਨਾ ਚਿਰ ਤੱਕ ਕੱਪੜੇ ਨਾ ਪਾਈਏ ਜੀ। ਅਸੀਂ ਬੰਦੇ ਦੀਆਂ ਲੋੜਾਂ ਨੇ, ਬਹੁਤ ਸਾਰੀਆਂ ਲੋੜਾਂ ਨੇ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਜਿਹੜਾ ਮਹਾਰਾਜ ਦਾ ਨਾਮ ਲੈਂਦਾ, ਮਹਾਰਾਜ ਸਾਰੀਆਂ ਹੀ ਲੋੜਾਂ ਪੂਰੀਆਂ ਕਰਦੇ ਨੇ ਜੀ। ਸਭ ਵਸਤੂਆਂ ਉਹਨੂੰ ਦਿੰਦੇ ਨੇ ਜੀ। ਤੇ ਜਦੋਂ ਇੰਨਾ ਜਸ ਸੁਣੀਏ ਫਿਰ ਤੇ ਆਪੇ ਹੀ ਮੁੱਖੋਂ ਨਿਕਲਣਾ ਚਾਹੀਦਾ ਨਾ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਐ ਗੱਜ ਕੇ ਕਹਿ ਦਿਓ, ਪਤਾ ਲੱਗ ਜੇ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਗੱਜ ਕੇ ਕਹੋ, ਸਾਰੇ ਗੱਜ ਕੇ ਨਹੀਂ ਕਹਿ ਰਹੇ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ, ਪੁਰਵਹਿ ਸਿੱਖਨ ਬਿਰਦ ਸੰਭਾਰੀ। ਇਸ ਸੰਸਾਰ 'ਚ ਰਹਿਣ ਲੱਗਿਆਂ ਬੜੀਆਂ ਚੀਜ਼ਾਂ ਦੀ ਲੋੜ ਹੈ। ਰੋਟੀ, ਕੱਪੜਾ, ਮਕਾਨ। ਜਿਹੜੇ ਸਿੱਖ ਮਹਾਰਾਜ ਨੂੰ ਯਾਦ ਕਰਦੇ, ਭਾਈ ਸੰਤੋਖ ਸਿੰਘ ਜੀ ਕਹਿੰਦੇ, ਉਹਨਾਂ ਦੀਆਂ ਸਭ ਲੋੜਾਂ ਪੂਰੀਆਂ ਹੋ ਜਾਂਦੀਆਂ ਨੇ ਜੀ। ਹਾਂਜੀ, ਪਲਤ ਬਿਖੈ ਨਿਜ ਸੇਵਕ ਸਾਰੇ। ਫਿਰ ਗੱਲਾਂ ਜਿਉਂਦਿਆਂ ਜੀ ਨਹੀਂ, ਮਰਨ ਤੋਂ ਬਾਅਦ ਵੀ ਬੜੇ ਰੂਹ ਨੂੰ ਕੰਮ ਹੁੰਦੇ ਆ। ਮਰ ਗਏ ਆ ਜੀ, ਸਰੀਰ ਛੁੱਟ ਗਿਆ, ਫਿਰ ਵੀ ਬੜੇ ਕੰਮ ਨੇ ਜੀ। ਜਮ ਪੀਰਾ ਤੇ ਲੇਤ ਉਬਾਰੇ। ਪਰ ਜਿਹੜਾ ਜਿਉਂਦਿਆਂ ਜੀ ਗੁਰੂ ਜੀ ਦਾ ਸੇਵਕ ਬਣਦਾ, ਭਾਈ ਸੰਤੋਖ ਸਿੰਘ ਜੀ ਲਿਖਦੇ, ਸਿੱਖੋ ਗੁਰੂ ਹਰਗੋਬਿੰਦ ਸਾਹਿਬ ਜਮਾਂ ਦੀ ਪੀੜ ਤੋਂ ਵੀ ਬਚਾਉਂਦੇ ਨੇ। ਬਾਬਾ ਕਬੀਰ ਜੀ ਕਹਿੰਦੇ, ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਬੜਾ ਬੁਰਾ ਠੇਂਗਾ ਜੇ, ਬੜੀ ਬੁਰੀ ਮਾਰ ਹੈਗੀ ਆ ਜਿਹੜੀ ਬੰਦੇ ਦੀ ਰੂਹ ਨੂੰ ਪੈਂਦੀ ਹੈ। ਸਰੀਰ ਤੇ ਹੁੰਦਾ ਹੀ ਨਹੀਂ, ਉੱਥੇ ਰੂਹ ਹੁੰਦੀ ਹੈ। ਰੂਹ ਨੂੰ ਜਮਾਂ ਦੀ ਮਾਰ ਪੈਂਦੀ ਹੈ। ਪਰ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਲਵੇ, ਉਹਨੂੰ ਉਹ ਮਾਰ ਨਹੀਂ ਪੈਂਦੀ ਜੀ। ਮਹਾਰਾਜ ਬਚਾ ਲੈਂਦੇ ਨੇ। ਹਾਂਜੀ, ਜਨ ਹੈ ਜਗ ਮੈਂ ਪੀਰ ਅਨੇਕ। ਜਗਤ ਵਿੱਚ ਬੜੇ ਬੜੇ ਪੀਰ ਹੋਏ ਨੇ ਜੀ ਸੰਸਾਰ ਦੇ ਵਿੱਚ। ਗੁਰ ਬੜ ਸਮਰੱਥ ਜਲਦ ਬਿਵੇਕ। ਪਰ ਭਾਈ ਸੰਤੋਖ ਸਿੰਘ ਜੀ ਕਹਿੰਦੇ, ਸਿੱਖੋ ਗੁਰੂ ਸਾਹਿਬ ਸਭ ਤੋਂ ਹੀ ਵੱਡੇ ਨੇ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਗੁਰ ਬੜ ਸਮਰੱਥ ਜਲਦ ਵਿਵੇਕ। ਗੁਰੂ ਜੀ ਵੱਡੇ ਸਮਰੱਥ ਨੇ, ਗਿਆਨ ਦੇ ਸਾਗਰ ਨੇ, ਸਾਗਰ। ਮੈਂ ਸੱਚ ਦੱਸਾਂ, ਵੱਡੇ ਵੱਡੇ ਗਿਆਨੀ ਹੈਗੇ ਜੀ ਕੌਮ 'ਚ, ਉਹ ਗਿਆਨ ਮੁੱਕ ਜਾਂਦਾ ਬੰਦੇ ਦਾ ਜੀ। ਪਰ ਗੁਰੂ ਸਾਹਿਬ ਵਿੱਚੋਂ ਕਦੇ ਗਿਆਨ ਨਹੀਂ ਮੁੱਕਣਾ ਜੀ। ਹਾਂਜੀ, ਸਿੱਧ ਤਪੇ ਪੰਡਿਤ ਬ੍ਰਹਮਚਾਰੀ। ਬੜੇ ਬੜੇ ਵੱਡੇ ਸਿੱਧ ਹੋਏ ਆ, ਤਪੇ ਹੋਏ ਆ, ਪੰਡਿਤ। ਹੁਣ ਪੰਡਿਤ ਦਾ ਅਰਥ ਆਪਾਂ ਕੀ ਕਹਿੰਦੇ, ਧੋਤੀ ਬੰਨਣ ਵਾਲਾ, ਮੱਥੇ ਤੇ ਟਿਕਣ ਵਾਲਾ ਨਹੀਂ। ਪੰਡਿਤ ਇੱਕ ਡਿਗਰੀ ਹੈਗੀ ਆ ਜੀ। ਜਿਹਨੇ ਇੰਨੀ ਪੜ੍ਹਾਈ ਕੀਤੀ ਉਹ ਪੰਡਿਤ ਹੈਗਾ ਜੀ। ਬੜੇ ਬੜੇ ਬ੍ਰਹਮਚਾਰੀ ਨੇ ਜੀ। ਹਾਂਜੀ, ਪ੍ਰਭ ਮਾਰਗ ਕੇ ਜੇ ਹਿਤਕਾਰੀ। ਜਿਹੜੇ ਰੱਬ ਦੇ ਰਸਤੇ ਤੇ ਤੁਰਨ ਦੀ ਇੱਛਾ ਰੱਖਦੇ, ਵੀ ਅਸੀਂ ਵੀ ਰੱਬ ਦੇ ਰਾਹ ਤੇ ਤੁਰੀਏ, ਪਰਮੇਸ਼ਰ ਦੇ ਰਸਤੇ ਤੇ ਤੁਰੀਏ। ਨਾਨਾ ਭੇਦ ਜੇ ਸ਼ਕਤ ਧਰਈਆ। ਹਾਂਜੀ, ਸਭ ਸਤਿਗੁਰ ਕੀ ਚਹਤ ਸਹਈਆ। ਇਸ ਰਸਤੇ ਤੇ ਚੱਲਣ ਵਾਸਤੇ ਭਾਵੇਂ ਬੰਦੇ ਕੋ ਜਿੰਨੀ ਮਰਜ਼ੀ ਤਾਕਤ ਹੋਵੇ,
ਫਿਰ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਲੋੜ ਹੈ ਉਹਨੂੰ ਜੀ, ਉਹਨੂੰ ਮਹਾਰਾਜ ਦੀ ਲੋੜ ਹੈ। ਉਹ ਇਹ ਨਹੀਂ ਕਹਿ ਸਕਦਾ ਵੀ ਮੈਂ ਆਪੇ ਹੀ ਰੱਬ ਤੱਕ ਪਹੁੰਚ ਜਾਵਾਂਗਾ, ਨਹੀਂ, ਪਾਣੀ ਨੂੰ ਪੁਲਾਂ ਥੱਲੋਂ ਲੰਘਣਾ ਹੀ ਪੈਣਾ ਹੈ ਜੀ, ਸਿੱਖ ਨੂੰ ਗੁਰੂ ਦੇ ਚਰਨਾਂ 'ਚ ਆਉਣਾ ਹੀ ਪੈਣਾ ਹੈ ਜੀ। ਹਾਂਜੀ, ਸ਼ਰਨੀ ਪਰਿਓ ਆਨ ਕਰ ਜੋ। ਜਿਹੜਾ ਵੀ ਬੰਦਾ ਗੁਰੂ ਜੀ ਦੀ ਸ਼ਰਨ ਵਿੱਚ ਪੈ ਗਿਆ, ਹੱਥ ਜੋੜੋ, ਆਪਾਂ ਵੀ ਸ਼ਰਨ 'ਚ ਬੈਠੇ ਆ ਸਾਰੇ। ਹਾਂਜੀ, ਦੋਹੇ ਲੋਕਨ ਸੁਖ ਪਾਵਤ ਸੋ। ਸ਼ਰਨੀ ਆਇਓ ਨਾਥ ਨਿਧਾਨ। ਭਾਈ ਸੰਤੋਖ ਸਿੰਘ ਜੀ ਕਹਿੰਦੇ ਦੋਵਾਂ ਲੋਕਾਂ 'ਚ ਗੁਰੂ ਜੀ ਸੁੱਖ ਦਿੰਦੇ ਆ। ਇਹ ਹਾਲਤ ਸੁਖ ਪਲਤ ਸੁਖ ਨਿਤ ਸੁਖ, ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਮਿਟਹਿ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀਜੈ। ਦੋਵਾਂ ਲੋਕਾਂ 'ਚ ਭਲਾ ਹੁੰਦਾ ਜੀ। ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਹਾਂਜੀ, ਬਖਸ਼ੇ ਸ੍ਰੀ ਗੁਰ ਅਮਰ ਅਨੇਕ। ਧੰਨ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਬੜਿਆਂ ਲੋਕਾਂ ਨੂੰ ਤਾਰਿਆ, ਬਹੁਤ ਲੋਕਾਂ ਨੂੰ ਬਖਸ਼ਿਆ ਜੀ। ਹਾਂਜੀ, ਰਾਮਦਾਸ ਗੁਰ ਦੀਨ ਬਬੇਕ। ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਵੀ ਬੜਿਆਂ ਨੂੰ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਜੀ, ਬੜਿਆਂ ਤੇ ਮਿਹਰ ਕੀਤੀ ਜੀ। ਹਾਂਜੀ, ਸ੍ਰੀ ਅਰਜਨ ਤੇ ਗਿਆਨ ਜੇ ਲਹੇ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲੋਂ ਜਿਨ੍ਹਾਂ ਨੇ ਗਿਆਨ ਲਿਆ, ਹਾਂਜੀ, ਇਨਹੋਂ ਵਿਖੇ ਜੀਵਤ ਜੇ ਰਹੇ। ਉਹ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਜਿਉਂਦੇ ਸੀਗੇ ਜੀ ਅਜੇ। ਹਾਂਜੀ, ਸਭ ਆਵੇਂ ਗੁਰ ਕੇ ਦਰਬਾਰ। ਗੁਰੂ ਅਮਰਦਾਸ ਜੀ ਦੇ ਬਖਸ਼ੇ, ਗੁਰੂ ਰਾਮਦਾਸ ਜੀ ਦੇ, ਗੁਰੂ ਅਰਜਨ ਸਾਹਿਬ ਜੀ ਦੇ ਸਿੱਖ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਆਉਂਦੇ ਤੇ ਗੁਰੂ ਨਾਨਕ ਸਾਹਿਬ ਦਾ ਰੂਪ ਹੀ ਸਮਝਦੇ ਆ ਜੀ। ਹਾਂਜੀ, ਦਰਸ਼ਨ ਪਰਸ ਲਹੈ ਸੁਖਸਾਰ। ਜਦੋਂ ਮਹਾਰਾਜ ਦੇ ਸੋਹਣੇ ਦਰਸ਼ਨ ਕਰਨੇ, ਉਹਨਾਂ ਨੂੰ ਬੜਾ ਹੀ ਸੁੱਖ ਮਿਲਣਾ, ਬੜਾ ਹੀ ਸੁੱਖ ਮਿਲਣਾ। ਕੇਤਿਕ ਗੁਰ ਕੇ ਨਿਕਟ ਰਹੰਤੇ। ਕਈ ਤਾਂ ਫਿਰ ਮਹਾਰਾਜ ਦੇ ਕੋਲ ਹੀ ਰਹਿ ਪੈਂਦੇ ਜੀ, ਸੱਚੇ ਪਾਤਸ਼ਾਹ ਹੀ ਰਹਿਣਾ ਹੀ ਤੁਹਾਡੇ ਕੋਲ ਆ। ਅਸਲ 'ਚ ਜਿਹੜੇ ਸ਼ਾਂਤੀ ਚਾਹੁੰਦੇ ਆ ਨਾ ਜੀ, ਟਿਕਾਓ ਚਾਹੁੰਦੇ ਆ, ਉਹਨਾਂ ਨੂੰ ਤੇ ਪਤਾ ਵੀ ਇਹੋ ਹੀ ਹੈ ਸਾਰਾ ਕੁਛ। ਕੇ ਚਿਤ ਘਰ ਦੇਸ਼ਨ ਵਿਚਰੰਤੇ। ਕਈ ਫਿਰ ਆਪਣੇ ਘਰਾਂ ਵਿੱਚ ਹੋਰ ਦੇਸ਼ਾਂ ਵਿੱਚ ਵੀ ਚਲੇ ਜਾਂਦੇ ਜੀ। ਹਾਂਜੀ, ਸਿੱਖ ਬਨਾਵਹਿ ਜਹ ਕਹਿ ਜਾਏ। ਤੇ ਜਿੱਥੇ ਜਿੱਥੇ ਜਾਣਾ ਸਿੱਖਾਂ ਨੇ ਨਾ, ਹੋਰ ਸਿੱਖ ਪੈਦਾ ਕਰਨੇ। ਆਖੋ ਵਾਹਿਗੁਰੂ। ਬੜੀ ਸੰਗਤ ਜੀ ਮਨ ਨੂੰ ਮਹਿਸੂਸ ਹੁੰਦੀ ਗੱਲ। ਵਿਦਵਾਨਾਂ ਨੇ ਤੱਤ ਕੱਢੇ ਨੇ, ਤੱਤ ਜੀ ਕੀ ਕੱਢੇ ਨੇ? ਤੱਤ। ਬਿਲਕੁਲ ਸਹੀ ਗੱਲਾਂ ਕੀਤੀਆਂ। ਉਹ ਦੱਸਦੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ 7 ਕਰੋੜ ਸਿੱਖ ਸੀਗੇ ਜੀ। ਇੰਨੀ ਵੱਡੀ ਸਿੱਖੀ ਸੀ ਮਹਾਰਾਜ ਦੀ ਜੀ। ਹੁਣ ਅਸਲੀ ਨਕਲੀ ਸਾਰੇ ਪਾ ਕੇ ਕਰੋੜ ਹੀ ਬਣਦੇ ਮਹਾਂ ਜੀ। ਤਾਂ ਗਏ ਕਿ ਠਾਂ ਆਏਗੇ ਜੀ, ਥੱਲੇ ਹੀ ਆਏ ਨਾ ਜੀ। ਕਿਉਂ? ਸਿੱਖਾਂ ਨੇ ਇੱਕ ਦੂਜੇ ਨੂੰ ਪ੍ਰੇਰਨਾ ਬੰਦ ਕਰ ਦਿੱਤਾ। ਆਪਾਂ ਹੀ ਵੇਖ ਲਿਆ, ਆਪਾਂ ਕਿੰਨੇ ਕੁ ਗਵਾਂਢੀ ਲੈ ਕੇ ਆਉਨੇ ਆਪਣੇ। ਆਖੋ ਵਾਹਿਗੁਰੂ। ਆਪਾਂ ਨਹੀਂ ਆਪਣੇ ਗਵਾਂਢੀਆਂ ਨੂੰ ਕਹਿ ਸਕਦੇ ਚਲੋ ਭਾਈ ਚਲੋ ਮਹਾਰਾਜ ਦੇ ਦਰਬਾਰ ਚਲੋ, ਸਭ ਕੁਝ ਹੀ ਮਿਲਦਾ। ਅਗਲੇ ਆ ਕੇ ਇੱਥੇ ਆਪਣੇ ਧਰਮ ਸਥਾਨ ਖੋਲ ਰਹੇ ਆ, ਗੁਰਦੁਆਰਿਆਂ ਦੇ ਲਾਗੇ ਖੋਲ ਰਹੇ ਆ। ਹਾਂਜੀ, ਤੇ ਉਹਨਾਂ ਟ੍ਰੇਨਡ ਹੀ ਬੰਦੇ ਇਸ ਤਰ੍ਹਾਂ ਕੀਤੇ ਵੀ ਆਪਣੇ ਗਵਾਂਢੀ ਲੈ ਕੇ ਆਓ, ਦੂਜਿਆਂ ਨੂੰ ਨਾਲ ਲੈ ਕੇ ਆਓ। ਚਲੋ ਮੰਨ ਸਕਦੇ ਆ ਪ੍ਰਬੰਧਕ ਢਿੱਲੇ ਹੋਣਗੇ ਜੀ। ਬਹੁਤ ਸਾਰੇ ਲੋਕ ਮੈਨੂੰ ਮਿਲਦੇ ਰਹਿੰਦੇ ਨਾ, ਕਹਿੰਦੇ ਰਹਿੰਦੇ ਜੀ ਫਲਾਣੀ ਕਮੇਟੀ ਮਾੜੀ ਜੀ, ਕੋਈ ਸ਼੍ਰੋਮਣੀ ਕਮੇਟੀ ਨੂੰ ਮਾੜਾ ਕਹਿੰਦਾ, ਕੋਈ ਕਿਸੇ ਦਲ ਪੰਥ ਨੂੰ ਮਾੜਾ ਕਹਿੰਦਾ, ਕੋਈ ਕਿਸੇ ਸੰਪਰਦਾ ਨੂੰ ਮਾੜਾ ਕਹਿੰਦਾ। ਸਾਰੇ ਹੀ ਮਾੜੇ ਨੇ, ਗੁਰੂ ਗ੍ਰੰਥ ਸਾਹਿਬ ਤੇ ਨਹੀਂ ਨਾ ਮਾੜੇ ਜੀ। ਹੱਥ ਜੋੜੋ ਤੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਅਸੀਂ ਕਿੰਨਿਆਂ ਕੁ ਨੂੰ ਪ੍ਰੇਰਦੇ ਹਾਂ ਜੀ। ਭਾਈ ਪਿਆਰਿਆ, ਅਸੀਂ ਵੀ ਗੁਰੂ ਦੇ ਸਿੱਖ, ਤੂੰ ਵੀ ਗੁਰੂ ਦਾ ਸਿੱਖ ਬਣ। ਪੰਜਾਬ ਦੀ ਧਰਤੀ ਤੇ ਰਹਿ ਕੇ ਨਹੀਂ ਪ੍ਰੇਰਦੇ ਜੀ। ਤੂੰ ਵੀ ਮਹਾਰਾਜ ਦਾ ਸਿੱਖ ਬਣ, ਤੂੰ ਵੀ ਗੁਰੂ ਦੇ ਚਰਨਾਂ 'ਚ ਆਇਆ ਕਰ, ਪ੍ਰੇਰਿਆ ਕਰੋ, ਪ੍ਰੇਰਿਆ ਕਰੋ। ਫਿਰ ਪੰਕਤੀ ਪੜ੍ਹ ਦਿਓ। ਸਿੱਖ ਬਨਾਵਹਿ ਜਹ ਕਹਿ ਜਾਏ। ਸਿੱਖ ਜਿੱਧਰ ਜਾਂਦੇ ਆ ਸਿੱਖ ਹੀ ਬਣਾਉਂਦੇ ਜੀ। ਆਪਣੇ ਗੁਰੂ ਦੀ ਮਹਿਮਾ ਹੀ ਬੜੀ ਕਰਦੇ ਜੀ, ਬੜੀ ਮਹਿਮਾ ਕਰਦੇ। ਆਖੋ ਹਾਂ,
ਐਵੇਂ ਇੱਧਰ ਉੱਧਰ ਤੁਰੇ ਫਿਰਦੇ ਤੇ ਫਲਾਣੇ ਦੀ ਲੱਤ ਠੀਕ ਕਰਤੀ, ਫਲਾਣੇ ਨੂੰ ਤੁਰਨੇ ਲਾ ਦਿੱਤਾ। ਕੋਈ ਡਾਕਟਰ, ਕੋਈ ਇਹੋ ਜਿਹਾ ਬੰਦਾ ਨਹੀਂ ਹੈਗਾ ਜਿਹੜਾ ਕੈਂਸਰ ਮੁੱਢੋਂ ਕੱਢ ਦੇ ਜੀ। ਪਰ ਮੈਂ ਦੱਸਦਾ ਤੁਹਾਨੂੰ, ਗੁਰੂ ਰਾਮਦਾਸ ਜੀ ਮੁੱਢੋਂ ਕੈਂਸਰ ਕੱਢਦੇ ਹੈ ਜੀ, ਮੁੱਢੋਂ ਕੱਢ ਦਿੰਦੇ ਜੀ। ਜਾਵੇ ਬੰਦਾ ਭਾਵਨਾ ਨਾਲ ਵੀ, ਜਾਵੇ ਤੇ ਸਹੀ, ਉਹ ਤੇ ਮੁੱਢੋਂ ਕੱਢਦੇ ਜੀ। ਹਾਂ, ਥੋੜਾ ਚਿਰ ਲੱਗਣਾ ਪੈਂਦਾ ਜੀ, ਜਾਣਾ ਪੈਂਦਾ। ਡਾਕਟਰ ਦੇ ਵੀ ਤਾਂ ਤਰਲੇ ਕੱਢਦੇ ਹੀ ਆ, ਥੱਦੀਆਂ ਨੋਟਾਂ ਦੀਆਂ ਦਿੰਦੇ ਆ ਜੀ। ਤੇ ਗੁਰੂ ਸਾਹਿਬ ਤੇ ਸਭ ਕੁਝ ਕਰ ਸਕਦੇ ਆ ਜੀ, ਸਭ ਕੁਝ ਕਰ ਸਕਦੇ ਆ। ਬੰਦਾ ਆਖੇ ਜੀ, ਸਿੱਖ ਆਪਣੇ ਗੁਰੂ ਦਾ ਪ੍ਰਚਾਰ ਕਰਨ। ਦੁਨੀਆ ਦਾ ਕੋਈ ਵੀ ਬੰਦਾ, ਨਕਲੀ ਧਾਰਮਿਕ, ਜਿਹੜੇ ਆਪਣੇ ਅਸਥਾਨ ਬਣਾ ਕੇ ਲਾਲਚ ਦੇ ਕੇ ਕਹਿੰਦੇ ਆ ਨਾ ਵੀ ਆਓ ਬਣੋ ਸਾਡੇ ਧਰਮ ਚ ਆਓ, ਚੋਟੀ ਦਾ ਜ਼ੋਰ ਲਾ ਲੈਣ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਭ ਤੋਂ ਵੱਡਾ ਤੇ ਵੱਡਾ ਹੀ ਰਹਿਣਾ ਹੈ ਜੀ। ਜੋੜੋ ਦੁਨੀਆ ਨੂੰ ਜਿੰਨਾ ਜੋੜਿਆ ਜਾ ਸਕਦਾ। ਸਿੱਖ ਜਿੱਧਰ ਜਾਂਦੇ ਗੁਰੂ ਹਰਗੋਬਿੰਦ ਸਾਹਿਬ ਦੇ, ਗੁਰੂ ਜੀ ਦੀ ਗੱਲ ਕਰਦੇ, ਗੁਰੂ ਜੀ ਦਾ ਪ੍ਰਚਾਰ ਕਰਦੇ ਜੀ। ਹਾਂਜੀ, ਵਿਸਥਾਰ ਹੈ ਸਿੱਖੀ ਸਭ ਥਾਏ। ਤੇ ਫਿਰ ਸਿੱਖੀ ਦਾ ਵਿਸਥਾਰ ਕਰਦੇ ਆ ਜੀ, ਸਿੱਖੀ ਨੂੰ ਵਧਾਉਂਦੇ ਆ ਜੀ। ਹਾਂਜੀ, ਭਾਈ ਬਹਿਲੋ ਭਗਤੂ ਆਦਿਕ। ਹਾਂ, ਫਿਰ ਹੈ ਵੀ ਤੇ ਜੀਵਨ ਵਾਲੇ ਨਾ ਜੀ। ਭਾਈ ਬਹਿਲੋ ਜੀ, ਆਖੋ ਧੰਨ ਭਾਈ ਬਹਿਲੋ ਜੀ। ਧੰਨ ਭਾਈ ਬਹਿਲੋ ਜੀ। ਭਾਈ ਬਹਿਲੋ ਜੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇ ਸਿੱਖ ਨੇ। ਭਾਈ ਭਗਤੋ ਜੀ, ਜਿਨ੍ਹਾਂ ਦਾ ਜਨਮ ਹੀ ਗੁਰੂ ਰਾਮਦਾਸ ਜੀ ਦੇ ਬਚਨ ਨਾਲ ਹੋਇਆ ਜੀ। ਦੇਸ਼ ਵਿਦੇਸ਼ ਕਰੈ ਸਿੱਖ ਸਾਧਿਕ। ਵਿਦੇਸ਼ਾਂ ਵਿੱਚ ਜਾ ਜਾ ਕੇ ਸਿਦਕ ਵਾਲੇ ਤੇ ਸੱਚੇ ਸਿੱਖ ਬਣਾਉਂਦੇ ਜੀ। ਹਾਂਜੀ, ਇਮ ਗੁਰ ਸਿੱਖਨ ਕੇ ਬਹੁ ਸਿੱਖ। ਇਸ ਤਰੀਕੇ ਨਾਲ ਸਿੱਖਾਂ ਦੇ ਵੀ ਸਿੱਖ ਹੈਗੇ ਨੇ ਜੀ, ਕੋਈ ਮਾੜੀ ਗੱਲ ਨਹੀਂ ਹੈਗੀ ਇਹਦੇ 'ਚ। ਜੇ ਕੋਈ ਗੁਰੂ ਘਰ ਲਿਆਉਂਦਾ, ਗੁਰੂ ਘਰ ਦੀ ਪ੍ਰੇਰਣਾ ਕਰਦਾ, ਤੇ ਹੋਰ ਕੀ ਚਾਹੀਦਾ ਜੀ। ਲਿਆਉਂਦਾ ਤੇ ਗੁਰੂ ਘਰ ਹੀ ਹੈ ਨਾ। ਹਾਂਜੀ, ਹੋ ਹੈ ਲਖ ਹੈ ਸਭ ਭੂਤ ਭਵਿੱਖ। ਤੇ ਫਿਰ ਆਤਮਿਕ ਜੀਵਨ ਵਾਲੇ ਸਿੱਖ, ਜਿਨ੍ਹਾਂ ਨੂੰ ਆਉਣ ਵਾਲਾ ਸਮਾਂ, ਪਿਛਲਾ ਸਮਾਂ ਸਭ ਪਤਾ ਜੀ। ਹਾਂਜੀ, ਸਾਹਿਬ ਭਾਨਾ ਗੁਰ ਢਿਗਰ ਹੈ। ਬਾਬਾ ਜੀ, ਬਾਬਾ ਭਾਨਾ ਜੀ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰ ਨੇ ਜੀ ਉਹ। ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਉਹਨਾਂ ਨੂੰ ਕਹਿੰਦੇ ਬਾਬਾ ਭਾਨਾ ਜੀ। ਬਾਬਾ ਭਾਨਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਹੀ ਰਹਿੰਦੇ ਆ ਜੀ। ਹਾਂਜੀ, ਸੇਵਤ ਬਾਕ ਸੁਨੈ ਅਰ ਕਹੈ। ਗੁਰੂ ਜੀ ਦੀ ਸੇਵਾ ਕਰਦੇ ਆ, ਗੁਰੂ ਜੀ ਦੇ ਬਚਨ ਸੁਣਦੇ ਰਹਿੰਦੇ ਆ, ਕੁਝ ਬਚਨ ਆਪਣੇ ਵੀ ਕਹਿੰਦੇ ਆ ਜੀ। ਹਾਂਜੀ, ਬ੍ਰਿੰਦ ਮਸੰਦ ਬਿਲੰਦ ਆਨੰਦਤ। ਬੜੇ ਮਸੰਦ ਆਨੰਦ ਵਿੱਚ ਨੇ ਸਾਰੇ ਜੀ। ਹਾਂਜੀ, ਧਨ ਕੋ ਆਨ ਗੁਰੂ ਪਦ ਬੰਦਤ। ਦੇਸ਼ਾਂ ਵਿਦੇਸ਼ਾਂ ਚੋਂ ਮਾਇਆ ਲਿਆ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਰੱਖ ਦਿੰਦੇ ਨੇ ਜੀ। ਚਾਹੋਂ ਦਿਸ਼ ਤੇ ਬਹੁ ਗੁਰ ਕੀ ਕਾਰ। ਹਾਂਜੀ। ਚੱਲੀ ਆਏ ਕੁਛ ਵਾਰ ਨਾ ਪਾਰ। ਤੇ ਸੰਗਤ ਜੀ, ਚਾਰੇ ਪਾਸਿਓਂ ਮਾਇਆ ਆਉਂਦੀ ਹੈ ਲੰਗਰਾਂ ਵਾਸਤੇ, ਸੇਵਾ ਵਾਸਤੇ ਜੀ। ਹਾਂਜੀ, ਤਿਮ ਹੀ ਖਰਚ ਹਮੇਸ਼ ਵਿਸ਼ੇਸ਼ੂ। ਕਾਰ ਚਲਾਏ ਮਸੰਦ ਅਸ਼ੇਸ਼ੂ। ਤੇ ਇਸ ਤਰੀਕੇ ਨਾਲ ਬੜੀਆਂ ਸੰਗਤਾਂ ਆਉਂਦੀਆਂ, ਸਿੱਖ ਸਿੱਖਾਂ ਨੂੰ ਲੈ ਕੇ ਆਉਂਦੇ ਆ। ਖੂਬ ਰੌਣਕਾਂ ਲੱਗੀਆਂ ਰਹਿੰਦੀਆਂ ਜੀ। ਇੱਥੇ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ, ਆਖੋ ਵਾਹਿਗੁਰੂ ਵਾਹਿਗੁਰੂ। ਆਪਣੀ ਪੀੜ੍ਹੀ ਥੱਲੇ ਆਪਾਂ ਆਪਣੇ ਕਿੰਨੇ ਕੁ ਗਵਾਂਢੀ ਪ੍ਰੇਰਦੇ ਆ ਜੀ। ਸਿੱਖ ਦਾ ਘਰ ਹੋਵੇ, ਉਹਦੇ ਘਰ ਚੋਂ ਬਾਣੀ ਦੀ ਖੁਸ਼ਬੂ ਆਵੇ ਜੀ, ਉਹਦੇ ਘਰੋਂ ਬਾਣੀ ਦੀ ਆਵਾਜ਼ ਨਿਕਲੇ, ਗਵਾਂਢੀ ਵੇਖੇ, ਗਵਾਂਢੀਆਂ ਦੇ ਬੱਚਿਆਂ ਤੇ ਅਸਰ ਪੈਣ ਦੀ। ਹਾਂਜੀ, ਕਿੰਨਾ ਕੁ ਅਸਰ ਹੈ ਸਾਡਾ ਜੀ। ਹਾਂਜੀ, ਇੱਕ ਦਿਨ ਸਤਿਗੁਰ ਚੜ੍ਹੇ ਸ਼ਿਕਾਰ। ਇੱਕ ਦਿਨ ਮੇਰੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸ਼ਿਕਾਰ ਤੇ ਚੜੇ ਜੀ। ਭਏ ਸੰਗ ਸਭ ਸੁਭਟ ਹਜ਼ਾਰ। ਹਜ਼ਾਰਾਂ ਸਿੱਖ ਸੂਰਮੇ ਮਹਾਰਾਜ ਦੇ ਨਾਲ ਜੀ। ਹਾਂਜੀ, ਵਿਧਿਆ ਜੇਠਾ ਸਾਹਿਬ ਭਾਨਾ। ਬੜੇ ਵੱਡੇ ਪੱਧਰ ਤੇ ਮਹਾਰਾਜ ਤੁਰੇ ਜੀ। ਬਾਬਾ ਬਿਧੀ ਚੰਦ ਜੀ, ਬਾਬਾ ਜੇਠਾ ਜੀ, ਬਾਬਾ ਬੁੱਢਾ ਜੀ ਦੇ ਪੁੱਤਰ ਬਾਬਾ ਭਾਨਾ ਜੀ। ਸਾਧੂ ਪੈਂਦੇ ਖਾਨ ਪਿਆਨਾ। ਭਾਈ ਸਾਧੂ ਜੀ ਤੇ ਪੈਂਦੇ ਖਾਨ ਸੱਚੇ ਪਾਤਸ਼ਾਹ ਜੀ ਦੇ ਨਾਲ ਹੈ ਜੀ।
ਇਤਿਆਦਿਕ ਸਭ ਗੁਰ ਕੇ ਸੰਗ। ਸਾਰੇ ਗੁਰੂ ਜੀ ਦੇ ਨਾਲ ਸੱਜ ਧੱਜ ਕੇ ਚੜ ਕੇ ਸ਼ਿਕਾਰ ਤੇ ਜੀ। ਚੱਲੇ ਕੁਦਾਵਤ ਚਪਲ ਤੁਰੰਗ। ਐ ਘੋੜੇ ਭਜਾਉਂਦੇ ਨਚਾਉਂਦੇ ਟਪਾਉਂਦੇ ਘੋੜਿਆਂ ਨੂੰ ਤੋਰ ਲਿਆ ਜੀ। ਪ੍ਰਾਤ ਹੁਤੀ ਵਿਚਰੇ ਉਦਿਆਨ। ਸਵੇਰ ਦਾ ਸਮਾਂ ਸੀ, ਜੰਗਲ ਵਿੱਚ ਦਾਖਲ ਹੋ ਗਏ ਜੀ ਮਹਾਰਾਜ। ਜਬ ਲਓ ਘਾਮ ਨਾ ਭਇਓ ਮਹਾਨ। ਤੇ ਸਵੇਰੇ ਗਰਮੀ ਘੱਟ ਹੁੰਦੀ ਹੈ, ਦੁਪਹਿਰੇ ਫੁੱਲ ਗਰਮੀ ਹੋ ਜਾਂਦੀ ਹੈ ਜੀ। ਦੁਪਹਿਰ ਹੋ ਗਈ ਜੀ। ਹਾਂਜੀ। ਹਨੇ ਸਸੇ ਸੂਕਰ ਉਠਵਾਏ। ਬੜੇ ਸੂਰ ਉਠਵਾਏ, ਸੂਕਰ ਵਾਹਿਗੁਰੂ ਸੂਰ ਮਾਰੇ ਮਹਾਰਾਜ ਨੇ। ਗ੍ਰਾਮ ਵਡਾਲੀ ਕੋ ਚੱਲ ਆਏ। ਤੇ ਫਿਰ ਚੱਲਦਿਆਂ ਗੁਰੂ ਜੀ ਕਿੱਥੇ ਆਏ? ਗੁਰੂ ਕੀ ਵਡਾਲੀ। ਆਖੋ ਵਾਹਿਗੁਰੂ। ਵਾਹਿਗੁਰੂ। ਵਡਾਲੀ ਬਚਪਨ ਚ 3 ਸਾਲ ਗੁਰੂ ਹਰਗੋਬਿੰਦ ਸਾਹਿਬ ਰਹੇ ਜੀ। 3 ਸਾਲ ਮਹਾਰਾਜ ਉੱਥੇ ਹੀ ਰਹੇ, ਤੁਰਨਾ ਉੱਥੇ ਹੀ ਸਿੱਖਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੀ। ਬਾਲਪਨ ਦੀ ਗੱਲ ਕਰਨੇ ਆ। 3 ਸਾਲ ਸੱਚੇ ਪਾਤਸ਼ਾਹ ਉੱਥੇ ਰਹੇ। ਮਹਾਰਾਜ ਵਡਾਲੀ ਪਿੰਡ ਵਿੱਚ ਆਏ ਜੀ। ਜਾਨ ਤਪਤ ਕੋ ਉੱਤਰ ਭਰੇ ਹੈ। ਗਰਮੀ ਸੀਗੀ, ਗਰੀਬ ਨਵਾਜ ਘੋੜੇ ਤੋਂ ਉਤਰੇ, ਨਾਲ ਹੀ ਸਿੱਖ ਵੀ ਉਤਰ ਗਏ ਸਾਰੇ। ਨਾਨਾ ਭਾਂਤ ਆਹਾਰ ਕਰੇ ਹੈ। ਉੱਥੇ ਫਿਰ ਭੋਜਨ ਪ੍ਰਸ਼ਾਦਾ ਪੱਕਣ ਲੱਗ ਪਿਆ ਜੀ। ਭੋਜਨ ਪ੍ਰਸ਼ਾਦਾ ਛਕਿਆ ਜੀ। ਸ਼੍ਰੀ ਹਰਗੋਬਿੰਦ ਜਨਮ ਸਥਾਨ। ਭਾਈ ਸੰਤੋਖ ਸਿੰਘ ਜੀ ਕਹਿੰਦੇ ਸਿੱਖੋ ਸੁਣਿਓ ਧਿਆਨ ਨਾਲ, ਦੂਜੇ ਬਾਹਰ ਵੱਲ ਤੇ ਬੜਾ ਭੱਜਦੇ, ਇੱਧਰ ਹੀ ਨਹੀਂ ਆਉਂਦੇ ਜੀ ਕੋਈ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ, ਗੱਜ ਕੇ ਆਖੋ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਅਸਥਾਨ ਹੈ ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਵਡਾਲੀ। ਹਾਂਜੀ। ਜਿਸ ਦੇਖਣ ਤੇ ਪੁੰਨ ਮਹਾਨ। ਜਿਹਦੇ ਦਰਸ਼ਨ ਕੀਤਿਆਂ ਬੰਦੇ ਦੇ ਬੜੇ ਪੁੰਨ ਵੱਧਦੇ ਆ ਜੀ। ਪੁੰਨ ਵੱਧਦੇ, ਜਿਹੜੇ ਸੁੱਖ ਮਿਲਦੇ ਆ ਨਾ ਉਹ ਪੁੰਨਾਂ ਕਰਕੇ ਮਿਲਦੇ ਆ ਜੀ। ਜਿੰਨੇ ਜ਼ਿਆਦਾ ਪੁੰਨ ਕੀਤੇ ਹੋਣਗੇ ਉਹਨੂੰ ਸੁੱਖ ਉਹਨੇ ਮਿਲਣਗੇ ਜੀ। ਜਿਨ੍ਹਾਂ ਦੇ ਦਰਸ਼ਨ ਕੀਤਿਆਂ, ਜਿਸ ਅਸਥਾਨ ਦੇ ਦਰਸ਼ਨ ਕੀਤਿਆਂ ਬੜੇ ਪੁੰਨ ਵੱਧਦੇ ਆ। ਹਾਂਜੀ। ਗਏ ਸਕਲ ਹੀ ਦਰਸ਼ਨ ਕਰਬੇ। ਤੇ ਗੁਰੂ ਹਰਗੋਬਿੰਦ ਸਾਹਿਬ ਉਸ ਸਥਾਨ ਦੇ ਦਰਸ਼ਨ ਕਰਨ ਗਏ ਜੀ ਆਪ ਜੀ। ਕਿਉਂ? ਉੱਥੇ ਗੁਰੂ ਅਰਜਨ ਸਾਹਿਬ ਵੀ ਤਾਂ ਰਹੇ ਨੇ ਨਾ ਜੀ। ਅਸੀਂ ਪਰਸੋਂ ਹੀ ਉੱਥੇ ਦਰਸ਼ਨ ਕਰਕੇ ਆਏ ਹਾਂ ਜੀ। ਹਾਂਜੀ। ਬੰਧਨ ਕਰਹਿ ਭਾਉ ਵੱਡ ਧਰਬੇ। ਬੜੇ ਪ੍ਰੇਮ ਨਾਲ ਬੰਦਨਾ ਕੀਤੀ, ਨਮਸਕਾਰ ਕੀਤੀ ਜੀ ਉਸ ਸਥਾਨ ਤੇ ਸਾਰਿਆਂ ਨੇ। ਭਾਨਾ ਸਾਧੂ ਆਦਿਕ ਸਾਰੇ। ਬਾਬਾ ਭਾਨਾ ਜੀ, ਬਾਬਾ ਸਾਧੂ ਜੀ। ਭਾਈ ਭੀਰ ਪਿਖ ਆਨੰਦ ਪਾਏ। ਭੀੜਾਂ ਲੱਗ ਗਈਆਂ ਜੀ ਉੱਥੇ। ਬੜੇ ਸਿੱਖ ਉਸ ਸਥਾਨ ਤੇ ਆ ਗਏ ਜੀ। ਹਾਂਜੀ। ਸਭਨ ਸੁਨਾਏ ਗੁਰੂ ਤਬ ਕਹੇ। ਗੁਰੂ ਹਰਗੋਬਿੰਦ ਸਾਹਿਬ ਨਾ ਉੱਥੇ ਬੈਠ ਗਏ, ਸਾਰੇ ਆਲੇ ਦੁਆਲੇ ਬਹਿ ਗਏ। ਮਹਾਰਾਜ ਸਾਰਿਆਂ ਨੂੰ ਸੁਣਾ ਕੇ ਕਹਿਣ ਲੱਗੇ, ਇਹ ਠਾਂ ਜਨਮ ਸੋ ਖੇਲਤ ਰਹੇ। ਆਖੋ ਵਾਹਿਗੁਰੂ। ਗੱਜ ਕੇ ਕਿਆ ਕਰੋ ਵਾਹਿਗੁਰੂ। ਮਹਾਰਾਜ ਉੱਥੇ ਬੈਠੇ ਕਹਿੰਦੇ ਸਿੱਖੋ ਇਸੇ ਥਾਂ ਸਾਡਾ ਜਨਮ ਹੋਇਆ, ਤੁਸੀਂ ਇੱਥੇ ਹੀ ਖੇਡਦੇ ਰਹੇ ਆ। ਗੁਰੂ ਜੀ ਆਪ ਭਜਨ ਕਰਦੇ ਜੀ। ਹਾਂਜੀ। ਰਿੰਗ ਮਾਣ ਹੋਏ ਅਜਰ ਬਿਹਾਰੀ। ਹਾਂ, ਰਿੰਗ ਮਾਣ ਹੋਏ ਅਜਰ ਬਿਹਾਰੇ। ਵਿਹੜੇ ਵਿੱਚ ਮਹਾਰਾਜ ਕਹਿੰਦੇ ਅਸੀਂ ਰਿੜਦੇ ਹੁੰਦੇ ਹਾਂ ਇੱਥੇ, ਇਸੇ ਵਿਹੜੇ ਵਿੱਚ ਅਸੀਂ ਰਿੜਦੇ ਰਹੇ ਹਾਂ। ਹਾਂਜੀ। ਸਨੇ ਸਨੇ ਚੱਲ ਪੱਗ ਬਲ ਧਾਰੇ। ਇੱਥੇ ਹੀ ਅਸੀਂ ਚੱਲਣਾ ਸਿੱਖਿਆ, ਮਹਾਰਾਜ ਕਹਿਣ ਲੱਗੇ। ਹਾਂਜੀ। ਸੁਨ ਭਾਨੇ ਕਰ ਜੋਰ ਬਖਾਨਾ। ਤੇ ਬਾਬਾ ਭਾਨਾ ਜੀ ਨੇ ਹੱਥ ਜੋੜ ਲਏ ਜੀ, ਬਾਬਾ ਬੁੱਢਾ ਜੀ ਦੇ ਪੁੱਤਰ। ਸੁਣ ਕੇ ਨਾ ਜਦੋਂ ਮਹਾਰਾਜ ਨੇ ਦੱਸਿਆ ਇੱਥੇ ਸਾਡਾ ਜਨਮ ਹੋਇਆ, ਇੱਥੇ ਹੀ ਅਸੀਂ ਮਾਤਾ ਜੀ ਦੇ ਕੋਲ ਖੇਡਦੇ ਰਹੇ, ਇੱਥੇ ਆਪਣੇ ਪਿਤਾ ਜੀ ਦੇ ਕੋਲ ਰਹੇ ਹਾਂ, 3 ਸਾਲ ਅਸੀਂ ਇੱਥੇ ਰਹੇ ਹਾਂ ਬਚਪਨ ਦੇ ਵਿੱਚ। ਇੱਥੇ ਸਾਨੂੰ ਮਾਰਨ ਦੇ ਵੀ ਬੜੇ ਯਤਨ ਹੋਏ। ਸਾਰੀਆਂ ਗੱਲਾਂ ਮਹਾਰਾਜ ਨੇ ਜਦੋਂ ਦੱਸੀਆਂ ਤੇ ਬਾਬਾ ਭਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ, ਜਿਮ ਬ੍ਰਿਜ ਵਿਚਰੇ ਪਾਵਨ ਥਾਨਾ। ਕਹਿੰਦੇ ਮਹਾਰਾਜ ਇਹ ਤਾਂ ਬਹੁਤੀ ਪਵਿੱਤਰ ਹੋਈ, ਫਿਰ ਮੱਥਾ ਟੇਕੋ ਧਿਆਨ ਧਾਰ ਕੇ ਵਡਾਲੀ ਸਾਹਿਬ ਦਾ ਤੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਇਹ ਥਾਂ ਬਹੁਤੀ ਪਵਿੱਤਰ ਹੋਈ। ਸਾਰੇ ਸਿੱਖ ਕਹਿੰਦੇ ਮਹਾਰਾਜ ਵਾਕਈ। ਬਾਬਾ ਭਾਨਾ ਜੀ ਕਹਿੰਦੇ ਜਿਵੇਂ ਸ਼੍ਰੀ ਕ੍ਰਿਸ਼ਨ ਜੀ ਬ੍ਰਿਜ ਦੀ ਧਰਤੀ ਦੇ ਉੱਤੇ ਬਚਪਨ ਚ ਖੇਡੇ ਆ, ਵਧੇ ਫੁੱਲੇ ਆ, ਉਵੇਂ ਇਹ ਵੀ ਥਾਂ ਬੜੀ ਪਵਿੱਤਰ ਹੈਗੀ ਹੈ ਜੀ।
ਬਾਣੀ ਸੁਣਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ, ਜਿਨ੍ਹਾਂ ਦੇ ਚਰਨਾਂ 'ਚ ਬੈਠੇ। ਧੰਨ ਧੰਨ ਬਨ ਖੰਡ ਬ੍ਰਿੰਦਾਬਨਾ, ਜਹ ਖੇਲੇ ਸ਼੍ਰੀ ਨਾਰਾਇਣਾ। ਹਾਂਜੀ, ਤਥਾ ਭੂਮਿਕਾ ਇਹੀ ਸੁਹਾਵੈ। ਇਸੇ ਤਰ੍ਹਾਂ ਇਹ ਵੀ ਧਰਤੀ ਹੈ ਜਿੱਥੇ ਸਾਡੇ ਸੱਚੇ ਪਾਤਸ਼ਾਹ ਖੇਡਦੇ ਰਹੇ ਆ। ਦੇਖੋ ਸੰਗਤ ਜੀ, ਇੱਕ ਗੱਲ ਮੈਂ ਬੇਨਤੀ ਕਰਾਂ, ਬੜਾ ਵੱਡਾ ਕੋਈ ਮਹਾਂਪੁਰਖ ਹੋਵੇ ਤੇ ਗੁਰੂ ਹਰਗੋਬਿੰਦ ਸਾਹਿਬ ਤੋਂ ਵੱਡਾ ਤਾਂ ਨਹੀਂ ਨਾ ਹੋ ਸਕਦਾ ਜੀ। ਹੋ ਸਕਦਾ ਜੀ? ਨਹੀਂ ਹੋ ਸਕਦਾ। ਬੜੇ ਬੜੇ ਵੱਡੇ ਮਹਾਂਪੁਰਖਾਂ ਦਾ ਇੱਕੋ ਹੀ ਅੰਗ ਧਰਤੀ ਨਾਲ ਲੱਗਦਾ, ਬਾਕੀ ਅੰਗ ਨਹੀਂ ਧਰਤੀ ਨਾਲ ਲੱਗਦੇ ਜੀ। ਉਹਨੇ ਚਰਨ ਹੀ ਧਰਤੀ ਤੇ ਲੱਗਦੇ ਜੀ, ਕੋਈ ਹੋਰ ਤਾਂ ਅੰਗ ਨਹੀਂ ਨਾ ਲੱਗਦਾ ਜੀ। ਮੁੱਖ ਚਰਨ ਲੱਗਦੇ ਆ ਧਰਤੀ ਤੇ ਵਡਾਲੀ ਉਸ ਸਥਾਨ ਦੀ ਧਰਤੀ ਕਿੰਨੇ ਭਾਗਾਂ ਵਾਲੀ ਹੋਏਗੀ, ਜਿੱਥੇ ਗੋਡੇ ਵੀ ਲੱਗੇ ਮਹਾਰਾਜ ਦੇ, ਜਿੱਥੇ ਅਰਕਾਂ ਵੀ ਲੱਗੀਆਂ, ਜਿੱਥੇ ਮਹਾਰਾਜ ਦੇ ਹੱਥ ਵੀ ਲੱਗੇ, ਤੇ ਬਚਪਨ ਵਿੱਚ ਜਿੱਥੇ ਮਹਾਰਾਜ ਲੇਟ ਵੀ ਲੈਂਦੇ ਹੋਣਗੇ ਜੀ ਉਸੇ ਧਰਤੀ ਤੇ। ਹਾਂਜੀ, ਉਸ ਧਰਤੀ ਤੇ ਤਾਂ ਪੂਰਾ ਹੀ ਮਹਾਰਾਜ ਸੱਚੇ ਪਾਤਸ਼ਾਹ ਦਾ ਉਹਨੇ ਪੂਰਾ ਸਪਰਸ਼ ਕੀਤਾ ਗੁਰੂ ਸਾਹਿਬ ਨੂੰ ਜੀ। ਬਾਕੀ ਧਰਤੀਆਂ ਨੂੰ ਚਰਨ ਛੋਹ ਹੀ ਹੈ, ਉਹ ਚਰਨ ਛੋਹ ਧਰਤੀਆਂ ਨੇ। ਇੱਥੇ ਤੇ ਮਹਾਰਾਜ ਨੇ ਪੂਰਾ ਸਰੀਰ ਹੀ ਛੋਹਿਆ ਜੀ ਉਸ ਧਰਤੀ ਨੇ। ਤੇ ਸਾਰੇ ਕਹਿੰਦੇ ਤਥਾ ਭੂਮਿਕਾ ਇਹ ਸੁਹਾਵੇ, ਦਰਸ਼ਨ ਤੇ ਅਗ ਓਗ ਨਸਾਵੈ। ਬਾਬਾ ਭਾਨਾ ਜੀ ਕਹਿੰਦੇ ਮਹਾਰਾਜ ਇਸ ਧਰਤੀ ਦੇ ਦਰਸ਼ਨ ਕੀਤਿਆਂ ਤੇ ਪਾਪ ਦੂਰ ਹੋ ਜਾਣਗੇ। ਇੰਨੀ ਵਧੀਆ ਧਰਤੀ ਹੈ, ਗੁਰਦੁਆਰਾ ਜਨਮ ਸਥਾਨ ਗੁਰੂ ਕੀ ਵਡਾਲੀ। ਹਾਂਜੀ, ਤਹਾਂ ਟਿਕੇ ਕੀਨਸ ਬਿਸਰਾਮੂ। ਮਹਾਰਾਜ ਉੱਥੇ ਹੀ ਟਿਕੇ ਜੀ, ਫਿਰ ਉੱਥੇ ਬੈਠੇ ਰਹੇ, ਕੁਝ ਸਮਾਂ ਆਰਾਮ ਕੀਤਾ। ਜਬ ਦਿਨ ਰਹਿਓ ਸਵਾ ਇੱਕ ਜਾਮੂ। ਤੇ ਦਿਨ ਸਾਧ ਸੰਗਤ ਜੀ ਇੱਕ ਪੈਰ ਰਹਿ ਗਿਆ ਜੀ, ਇੱਕ ਪੈਰ ਦਿਨ ਰਹਿ ਗਿਆ। ਹਾਂਜੀ, ਕੂਪ ਸ਼ਹਿਰਠੇ ਕੋ ਚੱਲ ਆਏ। ਸ਼ਹਿਰਟੇ ਖੂਹ ਦੇ ਕੋਲ ਚਲੇ ਗਏ। ਉਂਝ ਨਾ ਸ਼ਹਿਰਟਾ ਸਾਹਿਬ ਗੁਰੂ ਕੀ ਵਡਾਲੀ ਤੱਕ 6 ਖੂਹ ਨੇ ਜੀ, 6 ਖੂਹ ਨੇ। ਜਦੋਂ ਗੁਰੂ ਕੀ ਵਡਾਲੀ ਅਸਥਾਨ ਦੇ ਦਰਸ਼ਨ ਕਰੀਏ ਨਾ ਜੀ, ਤੁਸੀਂ ਅੰਦਰ ਜਾ ਰਹੇ ਹੋ, ਇਸੇ ਪਾਸੇ ਖੱਬੇ ਪਾਸੇ ਵੇਖਿਓ ਦਰਵਾਜ਼ਾ ਬਣਿਆ, ਗਲੀ 'ਚ ਖੁੱਲਦਾ ਉਹ ਦਰਵਾਜ਼ਾ, ਬੜਾ ਵੱਡਾ ਖੂਹ ਹੈਗਾ ਜੀ ਉੱਥੇ ਜੀ। ਉਹ ਵੀ ਗੁਰੂ ਅਰਜਨ ਸਾਹਿਬ ਜੀ ਦਾ ਲਵਾਇਆ ਹੋਇਆ ਜੀ। 4 ਰਟਾਂ ਵਾਲਾ ਖੂਹ ਵੀ ਹੈਗਾ ਜੀ, ਕਈ ਖੂਹ ਲਵਾਏ ਜੀ, ਪਰ ਮੁੱਖ ਸੀਗਾ 6 ਰਟਾਂ ਵਾਲਾ ਖੂਹ। ਗਰੀਬ ਨਵਾਜ ਉਸ ਪਾਸੇ ਗਏ, ਜਲ ਪਾਨ ਕਰ ਸੌਚਨ ਕੀਏ। ਹਜੂਰ ਮਹਾਰਾਜ ਫਿਰ ਉੱਥੇ ਜਲ ਪਾਣੀ ਛਕਿਆ। ਅਧਿਕ ਕਾਮ ਤੇ ਕਰੈ ਇਸ਼ਨਾਨ। ਗਰਮੀ ਬੜੀ ਸੀਗੀ, ਉਸ ਖੂਹ ਦੇ ਜਲ ਨਾਲ ਗੁਰੂ ਹਰਗੋਬਿੰਦ ਸਾਹਿਬ ਨੇ ਇਸ਼ਨਾਨ ਵੀ ਕੀਤਾ ਜੀ। ਫਿਰ ਨਿਰਮਲ ਤੇ ਬਹੁ ਸੀਤਲ ਭਏ। ਤੇ ਫਿਰ ਨਿਰਮਲ ਤੇ ਬਹੁ ਸੀਤਲ ਪਏ, ਐ ਸ਼ੁੱਧ ਪਵਿੱਤਰ ਠੰਡਾ ਜਲ ਸੀਗਾ ਜੀ। ਮਨ ਭਾਵਤ ਜਲ ਉਪਰ ਪਏ। ਗਰੀਬ ਨਵਾਜ ਨੇ ਖੁੱਲਾ ਜਲ ਆਪਣੇ ਸਰੀਰ ਤੇ ਪਾ ਕੇ ਇਸ਼ਨਾਨ ਪਾਨ ਕੀਤਾ। ਵਸਤਰ ਸ਼ਸਤਰ ਪਹਿਰਤ ਸਾਵਧਾਨ। ਫਿਰ ਬਸਤਰ ਮੇਰੀ ਤੇ ਪੀਰੀ 2 ਤਲਵਾਰਾਂ ਵੀ ਸਜਾਈਆਂ ਜੀ। ਸ਼ੋਭਤ ਸੁਪਟਨ ਸਾਥ ਮਹਾਨ। ਯੋਧਿਆਂ ਨੇ ਵੀ ਇਸ਼ਨਾਨ ਪਾਨ ਕੀਤਾ, ਬੜੇ ਫੱਬ ਰਹੇ ਨੇ ਸਾਰੇ। ਇੱਕ ਰਾਹਕ ਚੱਲ ਕਰ ਤਬ ਆਇਓ। ਇੰਨੇ ਚਿਰ ਨੂੰ ਇੱਕ ਕਿਸਾਨ ਗੁਰੂ ਜੀ ਦੇ ਕੋਲ ਆ ਗਿਆ ਜੀ। ਉਹਨੂੰ ਪਤਾ ਲੱਗਾ 6ਵੇਂ ਪਾਤਸ਼ਾਹ ਆਏ ਆ। ਉਹ ਮਹਾਰਾਜ ਦੇ ਚਰਨਾਂ ਵਿੱਚ ਆਇਆ ਜੀ। ਹਾਥ ਜੋਰ ਕਰ ਬਾਕ ਸੁਨਾਇਓ। ਥੋੜਾ ਸਹਿਮਿਆ ਹੋਇਆ, ਡਰਿਆ ਹੋਇਆ, ਹੱਥ ਜੋੜ ਕੇ ਗੁਰੂ ਜੀ ਨੂੰ ਕਹਿਣ ਲੱਗਾ, ਮਹਾਰਾਜ ਇੱਕ ਸੂਕਰ ਭਾਰਾ। ਮਹਾਰਾਜ ਇੱਥੇ ਇੱਕ ਬੜਾ ਵੱਡਾ ਸੂਰ ਹੈ, ਬਹੁਤ ਵੱਡਾ ਸੂਰ ਹੈ। ਕਰਹਿ ਸਦਾ ਕ੍ਰਿਖ ਬ੍ਰਿੰਦ ਉਜਾਰਾ। ਮਹਾਰਾਜ ਉਹ ਜਦੋਂ ਆ ਜਾਂਦਾ ਸਾਡੀਆਂ ਫਸਲਾਂ ਤਬਾਹ ਕਰ ਦਿੰਦਾ, ਖਰਾਬ ਕਰ ਦਿੰਦਾ ਸਾਰੀ ਖੇਤੀ ਨੂੰ। ਸ਼੍ਰੀ ਹਰਗੋਬਿੰਦ ਸੁਨਤ ਆਨੰਦੇ। ਜਦੋਂ ਮਹਾਰਾਜ ਨੇ ਸੁਣਿਆ ਨਾ ਵੱਡਾ ਸੂਰ ਹੈ, 6ਵੇਂ ਪਾਤਸ਼ਾਹ ਖੁਸ਼ ਹੋ ਗਏ ਜੀ। ਹਾਂਜੀ, ਚੜੇ ਤੁਰੰਗਮ ਬਲੀ ਬਿਲੰਦੇ। ਮਹਾਰਾਜ ਬਲ ਵਾਲੇ ਘੋੜੇ ਦੇ ਉੱਤੇ ਗਰੀਬ ਨਵਾਜ ਨੇ ਸਵਾਰੀ ਕੀਤੀ। ਰਾਹਕ ਆਗੇ ਕੀਨ ਪਿਆਨੇ। ਕਿਸਾਨ ਨੂੰ ਅੱਗੇ ਲਾ ਲਿਆ ਵੀ ਤੂੰ ਅੱਗੇ ਅੱਗੇ ਚੱਲ ਭਾਈ। ਸੁਭਟ ਪਿਸ਼ਾਰੀ ਚੜ ਪ੍ਰਸਥਾਨੇ। ਪਿੱਛੇ ਪਿੱਛੇ ਯੋਧੇ ਨੇ, ਸੂਰਮੇ ਨੇ, ਗੁਰੂ ਜੀ ਦੇ ਸਿੱਖ ਨੇ। ਝਾਰ ਤਰੇ ਥਿਰ ਜਾਏ ਨਿਹਾਰਾ। ਇੱਕ ਝਾੜੀ ਦੇ ਥੱਲੇ ਗਰੀਬ ਨਵਾਜ ਮਹਾਰਾਜ ਨੇ ਵੇਖਿਆ, ਉਹ ਖਲੋਤਾ ਹੋਇਆ ਸੀਗਾ ਸੂਰ ਜੀ। ਸੂਰ ਬੜਾ ਵੱਡਾ ਸੀਗਾ,
ਬੜਾ ਭਿਆਨਕ ਸੀਗਾ ਜੀ ਸੂਰ। ਸੂਰਾਂ ਦੇ ਵੀ ਬੜੇ ਭਾਰ ਹੁੰਦੇ ਜੀ। ਮਛਰਿਆ ਹੋਇਆ ਸੂਰ ਛੇਤੀ ਕਾਬੂ ਨਹੀਂ ਆਉਂਦਾ ਜੀ। ਹਾਂਜੀ। ਸੁਨਤ ਸ਼ਬਦ ਸ਼ੂਕਰ ਭਪਕਾਰਾ। ਉਹਨੇ ਆਵਾਜ਼ ਸੁਣੀ ਜੀ ਘੋੜਿਆਂ ਦੇ ਆਉਣ ਦੀ, ਸਿਪਾਹੀਆਂ ਦੇ ਆਉਣ ਦੀ, ਤੇ ਉਹ ਸੂਰ ਜਿਹੜਾ ਸੀ ਨਾ ਜੀ, ਉਹ ਫਿਰ ਭਬਕਿਆ ਜੀ। ਹਾਂਜੀ। ਨਿਕਸ ਵਹਿਰ ਤੇ ਭਾਜਿਓ ਘਨੇ। ਬਾਹਰ ਨਿਕਲ ਕੇ ਬੜੀ ਤੇਜ਼ ਭੱਜ ਉੱਠਿਆ ਜੀ ਉਹ। ਹਾਂਜੀ। ਸ਼੍ਰੀ ਹਰਗੋਬਿੰਦ ਮਗਵਾ ਮਨੋ। ਗੱਜ ਕੇ ਆਖੋ, ਫਿਰ ਆਖੋ ਵਾਹਿਗੁਰੂ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਾਨੋ ਮਹਾਰਾਜ ਫਿਰ ਉਹਦੇ ਮਗਰ ਗਏ ਜੀ। ਹਾਂਜੀ। ਗ੍ਰਸਿਓ ਚੰਦ ਕੋ ਦੌਰਿਓ ਰਾਹੂ। ਕਹਿੰਦੇ ਜਿਵੇਂ ਰਾਹੂ ਭੱਜਿਆ ਗਿਆ ਸੀਗਾ ਤੇ ਇੰਦਰ ਦੇਵਤਾ ਉਹਨੂੰ ਫੜਿਆ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਾਨੋ ਇੰਦਰ ਦੇਵਤਾ ਨੇ ਚੰਦਰਮਾ ਨੂੰ ਗਰਸ ਕੇ ਜਿਵੇਂ ਰਾਹੂ ਦੌੜਿਆ, ਤਬ ਸਤਿਗੁਰ ਪੈਂਦਾ ਲਲਕਾਰਾ। ਤਿਵੇਂ ਹੀ ਰਾਹੂ ਰੂਪੀ ਸੂਰ ਦੌੜਿਆ ਜੀ। ਭਾਵ ਮਹਾਰਾਜ ਪਿੱਛੇ ਪਿੱਛੇ ਗਏ ਤੇ ਗੁਰੂ ਜੀ ਨੇ ਪੈਂਦੇ ਖਾਂ ਨੂੰ ਲਲਕਾਰਿਆ। ਪੈਂਦੇ ਖਾਂ ਸਮਝਦਾ ਸੀ ਨਾ ਵੀ ਮੈਂ ਬੜਾ ਸੂਰਮਾ, ਹੈ ਵੀ ਸੀਗਾ ਪਰ ਹਉਮੈ ਸੀਗੀ ਜੀ ਜ਼ਿਆਦਾ। ਹਾਂਜੀ। ਜਾਨ ਨ ਪਾਵੈ ਸ਼ੂਕਰ ਭਾਰਾ। ਮਹਾਰਾਜ ਕਹਿਣ ਲੱਗੇ ਪੈਂਦੇ ਖਾਂ ਸੂਰ ਭੱਜੇ ਨਾ, ਕਿਤੇ ਹੋਰ ਨਾ ਚਲੇ ਜਾਵੇ ਭੱਜ ਕੇ। ਹਾਂਜੀ। ਸ਼੍ਰੀ ਗੁਰ ਕਰਿਓ ਤੁਰੰਗਮ ਧੀਰਾ। ਹਾਂਜੀ। ਵੇਗ ਕਰਿਓ ਪੈਂਦੇ ਬਰਬੀਰਾ। ਗੁਰੂ ਜੀ ਨੇ ਘੋੜਾ ਹੌਲੀ ਕਰ ਲਿਆ, ਪੈਂਦੇ ਖਾਂ ਨੇ ਤੇਜ਼ ਕਰ ਲਿਆ ਜੀ। ਸੂਰ ਭੱਜਾ ਜਾਂਦਾ, ਮਹਾਰਾਜ ਘੋੜਾ ਹੌਲੀ ਕਰ ਲਿਆ। ਪੈਂਦੇ ਖਾਂ ਨੇ ਸਤਿਗੁਰਾਂ ਦੇ ਲਾਗੋਂ ਹੀ ਘੋੜਾ ਤੇਜ਼ੀ ਨਾਲ ਕੱਢ ਲਿਆ ਜੀ। ਹਾਂਜੀ। ਕੇਤਕ ਦੂਰ ਪਿਸ਼ਾਰੀ ਗਇਓ। ਕਿੰਨੀ ਦੂਰ ਘੋੜੇ ਦੇ ਪਿੱਛੇ ਪਿੱਛੇ ਜਾਂਦਾ ਰਿਹਾ ਜੀ ਉਹ। ਕਰੇ ਨੇਰ ਸ਼ੂਕਰ ਥਿਰ ਭਇਓ। ਆਖੋ ਵਾਹਿਗੁਰੂ। ਤੇ ਫਿਰ ਕਰੇ ਨੇਰ ਸ਼ੂਕਰ ਥਿਰ ਪਇਓ। ਜਦ ਨੇੜੇ ਗਿਆ ਤੇ ਸੂਰ ਖਲੋ ਗਿਆ ਜੀ। ਹਾਂਜੀ। ਤੋਮਰ ਹਿਤ ਮਾਰਨ ਸੰਭਾਰਾ। ਮਾਰਨ ਵਾਸਤੇ ਨੇਜਾ ਫੜਿਆ ਜੀ ਪੈਂਦੇ ਖਾਂ ਨੇ। ਸੂਰ ਨੂੰ ਮਾਰਨ ਲਈ ਨਾ ਨੇਜਾ ਫੜਿਆ। ਰਿਸਿਓ ਕੋਲ ਅਰ ਰਹਿਓ ਜੁਝਾਰਾ। ਸੂਰ ਗੁੱਸੇ ਚ ਆਇਆ। ਉਹ ਵੀ ਸੂਰਮੇ ਵਰਗਾ ਸੀਗਾ ਸੂਰ ਜੀ। ਅੜ ਗਿਆ ਜੀ ਸਾਹਮਣੇ ਸੂਰ ਉਹਦੇ। ਘੋਰ ਘੋਰ ਕਰਤ ਸਮੁਖ ਕੋ ਆਇਓ। ਘੁਰ ਕਰਦਾ ਆਵਾਜ਼ਾਂ ਕੱਢਦਾ ਉਹ ਸੂਰ ਪੈਂਦੇ ਖਾਂ ਦੇ ਸਾਹਮਣੇ ਹੋ ਗਿਆ ਜੀ। ਹਾਂਜੀ। ਲੱਗਿਓ ਨਾ ਪੈਂਦੇ ਪ੍ਰਹਾਰ ਚਲਾਇਓ। ਪੈਂਦੇ ਖਾਂ ਨੇ ਨੇਜੇ ਨਾਲ ਵਾਰ ਤੇ ਕੀਤਾ ਪਰ ਸੂਰ ਆਸਾ ਪਾਸਾ ਕਰਕੇ ਬਚ ਗਿਆ ਜੀ। ਹਾਂਜੀ। ਹਾਏ ਤੇ ਕਰੀ ਚੋਟ ਤਤਕਾਲਾ। ਪਰ ਘੋੜੇ ਨੂੰ ਸੂਰ ਨੇ ਸੱਟ ਲਾ ਦਿੱਤੀ ਜੀ। ਅੰਦਾਜ਼ਾ ਲਾਓ ਸੂਰ ਕਿੱਡਾ ਵੱਡਾ ਹੋਏਗਾ ਜੀ। ਹਾਂਜੀ। ਘਾਇਲ ਹਵੈ ਨਹਿ ਗਇਓ ਸੰਭਾਲਾ। ਉਹ ਜ਼ਖਮੀ ਹੋ ਗਿਆ ਤਾਂ ਆਪਣਾ ਆਪ ਸਾਂਭ ਨਾ ਸਕਿਆ ਜੀ। ਹਾਂਜੀ। ਬਿਖਮ ਭੂਮਿਕਾ ਮੈਂ ਤਬ ਘੋਰਾ। ਹਾਂਜੀ। ਡਰ ਪੰਥਕਿਓ ਭਿਕਸ਼ੂ ਕਰ ਘੋਰਾ। ਤੇ ਸਾਧ ਸੰਗਤ ਔਖੀ ਥਾਂ ਵਿੱਚ ਫਸਿਆ ਘੋੜਾ ਥੱਲੇ ਡਿੱਗਿਆ ਤੇ ਘੋੜੇ ਦੇ ਨਾਲ ਹੀ ਗਿਰਿਓ ਪੈਂਦੇ ਖਾਂ ਨਹਿ ਸੰਭਾਲਿਓ। ਜਿਹੜਾ ਪੈਂਦੇ ਖਾਂ ਕਹਿੰਦਾ ਸੀ ਮੈਂ ਵੱਡੇ ਵੱਡੇ ਸੂਰਮਿਆਂ ਨੂੰ ਮਾਰ ਦੇਣਾ, ਸੂਰ ਨੇ ਮਾਰ ਕੇ ਥੱਲੇ ਸੁੱਟਤਾ ਉਹਨੂੰ ਜੀ। ਪੈਂਦੇ ਖਾਂ ਧਰਤੀ ਤੇ ਡਿੱਗ ਗਿਆ ਜੀ। ਗੁਰ ਧਵਾਏ ਹੈ ਜਬੈ ਨਿਹਾਰਿਓ। ਮਹਾਰਾਜ ਨੇ ਵੇਖਿਆ ਪੈਂਦੇ ਖਾਂ ਧਰਤੀ ਤੇ ਡਿੱਗਾ ਪਿਆ, ਘੋੜੇ ਤੋਂ ਥੱਲੇ ਆ, ਸੂਰ ਕਿਤੇ ਉੱਤੇ ਚੜ ਕੇ ਮਾਰ ਹੀ ਨਾ ਦਵੇ ਉਹਨੂੰ। ਸਤਿਗੁਰਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਸਤਿਗੁਰਾਂ ਨੇ ਫਿਰ ਘੋੜਾ ਭਜਾਇਆ ਖੜਗ ਨਿਕਾਸੇ ਜਬ ਨਰੇ ਰਾਵਾ। ਤੇ ਨੇੜੇ ਜਾ ਕੇ ਗਰੀਬ ਨਵਾਜ ਨੇ ਖੜਗ ਬਾਹਰ ਕੱਢੀ ਜੀ ਮਿਆਨੋ ਜੀ। ਹਾਂਜੀ। ਰੁਪਿਓ ਕੋਲ ਸਨਮੁਖ ਹੀ ਆਵਾ। ਤੇ ਰੁਪਿਓ ਕੋਲ ਸਨਮੁਖ ਹੀ ਆਵਾ। ਗੱਜ ਕੇ ਆਖੋ ਵਾਹਿਗੁਰੂ। ਸੂਰ ਗੁੱਸੇ ਵਿੱਚ ਆ ਕੇ ਸਤਿਗੁਰਾਂ ਦੇ ਸਾਹਮਣੇ ਆ ਗਿਆ। ਮਹਾਰਾਜ ਉਧਰ ਜਾ ਰਹੇ, ਉਧਰੋਂ ਸੂਰ ਆ ਰਿਹਾ। ਹਾਂਜੀ। ਖਰੀ ਦੂਰ ਸਭ ਚਮੂ ਨਿਹਾਰੈ। ਫੌਜਾਂ ਨੂੰ ਮਹਾਰਾਜ ਕਹਿੰਦੇ ਤੁਸੀਂ ਨਹੀਂ ਆਉਣਾ ਵਿੱਚ, ਸਭ ਖਲੋਤੇ ਦੇਖ ਰਹੇ ਹਨ। ਗੁਰੂ ਬਿਨਾ ਅਬ ਕੋ ਨਹਿ ਮਾਰੈ। ਉਹਨਾਂ ਨੂੰ ਪਤਾ ਹੈ ਸੂਰ ਬੜਾ ਭਿਆਨਕ, ਜਿਹਨੇ ਪੈਂਦੇ ਖਾਂ ਨੂੰ ਸੁੱਟਤਾ ਹੈ, ਇਹਨੂੰ ਤਾਂ ਗੁਰੂ ਜੀ ਮਾਰਨਗੇ। ਅਤਸ਼ੈ ਨਿਕਟ ਆਏ ਜਬ ਗਇਓ। ਜਦੋਂ ਬਹੁਤਾ ਹੀ ਨੇੜੇ ਉਹ ਸੂਰ ਆਇਆ ਹਤਨ ਪ੍ਰਹਾਰ ਤੁਰੰਗ ਕੋ ਭਇਓ। ਤੇ ਸਾਧ ਸੰਗਤ ਜੀ ਹਤਨ ਪ੍ਰਹਾਰ ਤੁਰੰਗ ਕੋ ਭਇਓ। ਗੱਜ ਕੇ ਆਖੋ ਵਾਹਿਗੁਰੂ। ਤੇ ਮਹਾਰਾਜ ਨੇ ਫਿਰ ਘੋੜੇ ਨੂੰ ਇੱਕ ਪਾਸੇ ਕੀਤਾ, ਤੁਰੇ ਤੇ ਵਾਰ ਕਰਨ ਲੱਗੇ ਜੀ।
ਹਾਂਜੀ। ਇੱਕ ਰਕਾਬ ਕੇ ਹੋਏ ਕਰ ਭਾਰ। ਵਾਹ ਜੀ ਵਾਹ, ਸਾਰੇ ਸਰੀਰ ਦਾ ਭਾਰ ਇੱਕ ਰਕਾਬ ਵਿੱਚ ਮਹਾਰਾਜ ਨੇ ਪਾ ਲਿਆ। ਜਿੱਥੇ ਚਰਨ ਰੱਖੀ ਦੇ ਨਾ ਜੀ, ਐ ਘੋੜੇ ਦੇ ਉੱਤੇ ਤਾਂ ਨੂੰ ਹੋਏ ਮਹਾਰਾਜ, ਇੱਕ ਰਕਾਬ 'ਚ ਸਾਰਾ ਭਾਰ ਕੀਤਾ। ਸਤਿਗੁਰ ਕੀਨਸ ਖੜਗ ਪ੍ਰਹਾਰ। ਸਤਿਗੁਰੂ ਜੀ ਨੇ ਸੂਰ ਸਾਹਮਣੇ ਨੂੰ ਆ ਰਿਹਾ, ਬਹੁਤੀ ਤੇਜ਼ੀ ਨਾਲ ਖੜਗ ਚਲਾਈ। ਲੱਗਿਓ ਪ੍ਰਿਸ਼ਟ ਮਹਿ ਭਇਓ ਦੁਖੰਡ। ਤੇ ਸਾਧ ਸੰਗਤ ਜੀ ਉੱਤੋਂ ਹੀ ਸ਼ੁਰੂ ਕੀਤਾ ਉਹਨੂੰ, ਤੇ ਪਿੱਠ ਤੋਂ ਵੱਢ ਕੇ 2 ਟੋਟੇ ਕਰਕੇ ਸੂਰ ਦੇ ਥੱਲੇ ਸੁੱਟ ਦਿੱਤੇ ਜੀ। ਜਿਹੜਾ ਸੂਰ ਲੋਕਾਂ ਨੂੰ ਤੰਗ ਕਰਦਾ ਹੁੰਦਾ ਸੀਗਾ, ਪੈਂਦੇ ਖਾਂ ਨੂੰ ਜਿਹਨੇ ਥੱਲੇ ਸੁੱਟਿਆ, ਗੁਰੂ ਜੀ ਦਾ ਇੱਕ ਵੀ ਵਾਰ ਨਜਾਇਜ਼ ਨਹੀਂ ਗਿਆ, ਪੈਂਦੇ ਖਾਂ ਦਾ ਵਾਰ ਨਜਾਇਜ਼ ਗਿਆ ਜੀ। ਨੇਜਾ ਮਾਰਿਆ, ਉਹਨੇ ਬਚਾ ਲਿਆ ਆਪਣੇ ਆਪ ਨੂੰ, ਪਰ ਜਦੋਂ ਗੁਰੂ ਸਾਹਿਬ ਨੇ ਸਿਰ ਖੜਗ ਚਲਾਈ, ਸੂਰ ਆਪਣੇ ਆਪ ਨੂੰ ਬਚਾ ਨਹੀਂ ਸਕਿਆ। ਲੱਗਿਓ ਪ੍ਰਿਸ਼ਟ ਮੈਂ ਭਇਓ ਦੁਖੰਡ। 2 ਖੰਡ ਹੋ ਗਏ, ਭਾਗ ਹੋ ਗਏ ਉਹਦੇ। ਕਿਮ ਅਟਕੈ ਬਲ ਤੇਗ ਪ੍ਰਚੰਡ। ਕਹਿੰਦੇ ਕਿਹੜਾ ਜਿਹੜਾ ਸਤਿਗੁਰੂ ਦੀ ਤਲਵਾਰ ਅੱਗੇ ਅਟਕ ਜਾਏ, ਵੱਡ ਜੋਧਾ ਬਹੁ ਪਾਰੇ ਉਪਕਾਰੀ। ਕਿਹੜਾ ਜਿਹੜਾ ਗੁਰੂ ਸਾਹਿਬ ਦੀ ਤਲਵਾਰ ਅੱਗੇ, ਕਿਰਪਾਨ ਅੱਗੇ, ਖੜਗ ਦੇ ਅੱਗੇ ਅੜੇ। ਹਾਂਜੀ। ਸਾਧੂ ਭਾਨਾ ਤਤਸ਼ਨ ਆਏ। ਭਾਈ ਸਾਧੂ ਜੀ, ਭਾਈ ਭਾਨਾ ਜੀ ਤੁਰੰਤ ਮਹਾਰਾਜ ਦੇ ਕੋਲ ਆਏ। ਮਾਸਲ ਬਲੀ ਕੋਲ ਦਿਖਰਾਏ। ਮੋਟੇ ਮਾਸ ਵਾਲੇ ਵੱਡੇ ਸੂਰ ਨੂੰ ਵੇਖਿਆ, 2 ਖੰਡ ਭਾਗ ਹੋਏ ਆ, ਖੂਨ ਧਰਤੀ ਤੇ ਉਹਦਾ ਡਿੱਗਾ। ਨਿਕਸ ਬਦਨ ਤੇ ਅਗਨ ਸਰੀਖਾ। ਗੁਰੂ ਅਰੇ ਇੱਕ ਭਾਨੇ ਕਹੁ ਦੀਖਾ। ਤੇ ਸੂਰ ਦੇ ਮੂੰਹ ਵਾਲੇ ਪਾਸਿਓਂ ਨਾ ਸਾਧ ਸੰਗਤ ਜੀ ਅੱਗ ਦੇ ਵਿੱਚੋਂ, ਅੱਗ ਦਾ ਰੂਪ ਹੋ ਕੇ ਇੱਕ ਵਜੂਦ ਨਿਕਲਿਆ ਜੀ। ਉਹਦੇ ਵਿੱਚੋਂ ਕੁਝ ਨਿਕਲਿਆ ਜਿਹੜਾ ਉਹ ਤਾਂ ਨੂੰ ਗਿਆ। ਹੁਣ ਉਹ ਨਿਕਲਦਾ ਭਾਈ ਭਾਨਾ ਜੀ ਨੇ, ਭਾਈ ਸਾਧੂ ਜੀ ਨੇ ਵੇਖ ਲਿਆ। ਸ਼੍ਰੀ ਹਰਗੋਬਿੰਦ ਕੇ ਪਦ ਬੰਦੇ। ਉਹ ਕੀ ਵੇਖਦੇ ਵੀ ਉਹ ਜਿਹੜਾ ਵਜੂਦ ਨਿਕਲਿਆ ਨਾ, ਉਹਨੇ 6ਵੇਂ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ ਜੀ, ਉਹਦੀ ਆਤਮਾ ਨੇ। ਹਾਂਜੀ। ਚੱਲਿਓ ਚਾਹਤ ਚਿਤ ਅਧਿਕ ਆਨੰਦੇ। ਉਹ ਬੜੇ ਆਨੰਦ ਦੇ ਨਾਲ ਤਾਂ ਨੂੰ ਚਲੇ ਗਿਆ ਜੀ। ਹਾਂਜੀ। ਬੂਝਿਓ ਭਾਨੇ ਸਾਹਿਬ ਤਬੈ। ਹਾਂਜੀ। ਅਹੈ ਕੌਣ ਮੋਹਿ ਕੋ ਕਹੋ ਸਬੈ। ਭਾਈ ਭਾਨਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਇਹ ਕੌਣ ਸੀ? ਤੇ ਮਹਾਰਾਜ ਕਹਿੰਦੇ ਉਹਦੇ ਕੋਲੋਂ ਹੀ ਪੁੱਛ ਲਓ। ਉਹ ਖਲੋ ਗਿਆ ਜੀ ਉੱਥੇ, ਉਹਦਾ ਵਜੂਦ। ਪੁੱਛਿਆ ਤੁਸੀਂ ਕੌਣ ਹੋ, ਮੈਨੂੰ ਸਾਰੀ ਗੱਲ ਦੱਸੋ। ਹਾਂਜੀ। ਸੁਨ ਤਿਨ ਆਪਨ ਪ੍ਰਸੰਗ ਸੁਨਾਇਓ। ਉਹਦੀ ਸੂਰ ਦੀ ਆਤਮਾ ਫਿਰ ਆਪਣੀ ਕਥਾ ਦੱਸਦੀ ਸਾਰੀ ਜੀ, ਜਿਸ ਤੇ ਕੋਲ ਜਨਮ ਕੋ ਪਾਇਓ। ਜਿਹਦੇ ਕਰਕੇ ਉਹ ਸੂਰ ਬਣਿਆ ਸੀ ਨਾ ਜੀ, ਉਹਨੇ ਉਹ ਸਾਰੀ ਗੱਲ ਦੱਸੀ ਜੀ। ਸ਼੍ਰੀ ਅਰਜਨ ਕੋ ਮੈਂ ਸਿੱਖ ਭਾਰੀ। ਉਹ ਕਹਿੰਦਾ ਭਾਈ ਭਾਨਾ ਜੀ, ਮੈਂ ਪੰਚਮ ਗੁਰਦੇਵ ਗੁਰੂ ਅਰਜਨ ਦੇਵ ਜੀ ਦਾ ਬੜਾ ਵੱਡਾ ਸਿੱਖ ਸਾਂ। ਹਾਂ। ਮਾਤ ਗੰਗ ਜਬ ਬੀੜ ਪਧਾਰੀ। ਜਦੋਂ ਮਾਤਾ ਗੰਗਾ ਜੀ ਬੀੜ ਸਾਹਿਬ ਗਏ ਆ ਨਾ ਤੁਹਾਡੇ ਪਿਤਾ ਜੀ ਕੋਲ, ਬਾਬਾ ਬੁੱਢਾ ਜੀ ਦੇ ਕੋਲ ਗਇਓ ਬਤਾਵਤ ਆਗੇ ਤਹਾਂ। ਤੇ ਮੈਂ ਦੱਸਣ ਵਾਸਤੇ ਬਾਬਾ ਬੁੱਢਾ ਜੀ ਨੂੰ ਅੱਗੇ ਗਿਆ ਸਾਂ। ਬ੍ਰਿਧ ਸਾਹਿਬ ਜੀ ਬੈਠੇ ਜਹਾਂ। ਜਿੱਥੇ ਧੰਨ ਬਾਬਾ ਬੁੱਢਾ ਸਾਹਿਬ ਜੀ ਬੈਠੇ ਸਨ। ਪਿਕ ਸੰਯੰਦਨ ਕੋ ਗਿਰਾ ਉਚਾਰੀ। ਬਾਬਾ ਬੁੱਢਾ ਜੀ ਨੇ ਜਦੋਂ ਆਉਂਦੇ ਵੇਖੇ ਮਾਤਾ ਜੀ ਨੂੰ, ਗੱਡੇ ਆਉਂਦੇ ਵੇਖੇ, ਤੇ ਬਾਬਾ ਬੁੱਢਾ ਜੀ ਨੇ ਬਚਨ ਕੀਤਾ, ਗੁਰ ਘਰ ਨੇ ਭਾਜਤ ਕਿਤ ਧਾਰੀ। ਵੀ ਗੁਰੂ ਕਿਆਂ ਨੂੰ ਕਿੱਥੋਂ ਭਾਜਣਾ ਪੈ ਗਈਆਂ ਨੇ। ਇੱਕਦਮ ਰੱਥਾਂ ਤੇ ਆਏ ਆ, ਕਾਲੀ ਨਾਲ ਆਏ ਸਾਰੇ। ਹਾਂਜੀ। ਸੁਨ ਮੈਂ ਕੋਪ ਕੀਨ ਲਖ ਬੈਠਾ। ਮੈਂ ਸੁਣ ਕੇ ਬਾਬਾ ਬੁੱਢਾ ਜੀ ਨੂੰ ਵੇਖ ਕੇ ਥੋੜਾ ਗੁੱਸਾ ਕੀਤਾ ਵੀ ਮਾਤਾ ਗੰਗਾ ਜੀ ਆਏ ਆ ਤੇ ਬਾਬਾ ਬੁੱਢਾ ਜੀ ਕਹਿੰਦੇ ਆ ਭਾਜਣਾ ਪੈ ਗਈਆਂ ਨੇ। ਜਾਨ ਅਜੋਗ ਨਾਕ ਮੈਂ ਐਂਠਾ। ਮੈਂ ਨੱਕ ਬੁੱਲ ਬੜੇ ਵੱਟੇ ਵੀ ਬਾਬਾ ਜੀ ਨੇ ਕਿਹੜੀ ਗੱਲ ਕਰ ਦਿੱਤੀ ਹੈ। ਹਾਂਜੀ। ਰਾਹਕ ਤੂੰ ਗਵਾਰਹੀ ਰਹਿਓ। ਹਾਂਜੀ। ਗੁਰ ਘਰ ਕੀਨਹੁ ਸਮਝਨ ਕਰਿਓ। ਤੇ ਫਿਰ ਮੈਂ ਬਾਬਾ ਜੀ ਨੂੰ ਕਹਿ ਹੀ ਬੈਠਾ, ਗੱਜ ਕੇ ਆਖੋ ਵਾਹਿਗੁਰੂ। ਉਂਝ ਮੈਂ ਦੱਸ ਦਿੰਦਾ, ਇਹਨੂੰ ਜਾਤ ਦੇ ਨਾਲ ਨਾ ਜੋੜ ਦਿਓ, ਪਰ ਉਹ ਕਹਿੰਦਾ ਵੀ ਕਰਤੀ ਨਾ ਜੱਟਾਂ ਵਾਲੀ ਗੱਲ। ਸਿੱਖ ਕਹਿੰਦਾ ਵੀ ਮੈਂ ਬਾਬਾ ਜੀ ਨੂੰ ਕਿਹਾ ਹੈ, ਤੁਸੀਂ ਗੁਰੂ ਸਾਹਿਬ ਨੂੰ ਗੁਰੂ ਕੇ ਮਹਿਲ ਆਏ ਆ ਤੇ ਤੁਸੀਂ ਕਿਹੜੀ ਗੱਲ ਕਰਨ ਦਏ ਹੋ। ਇਹ ਆਪਣੀ ਆਮ ਬੋਲੀ ਹੈਗੀ ਹੈ,
ਇਹਨੂੰ ਕੋਈ ਮਾੜਾ ਨਾ ਗਿਣਦੇ ਹੋ ਵੀ ਇਹ ਕਿਉਂ ਕਹਿਤਾ ਕਥਾ ਵਿੱਚ, ਇਹ ਆਮ ਬੋਲੀ ਹੈਗੀ ਹੈ। ਹਾਂਜੀ, ਨਹੀਂ ਸੁਭਾਵ ਜਾਤ ਕੋ ਜਾਵੈ, ਉਚਿਤ ਨਾ ਜਾਣੈ ਤਉ ਅਲਾਵੈ। ਤੇ ਤੁਸੀਂ ਆਪਣਾ ਸੁਭਾਅ ਨਹੀਂ ਛੱਡਿਆ। ਵੇਖੋ ਗੁਰੂ ਸਾਹਿਬ ਦੇ ਮਹਿਲ ਆਏ, ਤੁਸੀਂ ਕਹਿਤਾ ਭਾਜਣਾ ਪੈ ਗਈਆਂ। ਹਾਂਜੀ, ਪਿਖ ਮਮ ਕੋਪ ਸਰਾਪ ਤਬ ਦੀਨਾ। ਤੇ ਬਾਬਾ ਬੁੱਢਾ ਸਾਹਿਬ ਨੇ ਜਦੋਂ ਮੇਰੇ ਵੱਲ ਵੇਖਿਆ ਤੇ ਫਿਰ ਮੈਨੂੰ ਬਚਨ ਕੀਤਾ, ਧਰਹੋ ਨੀਚ ਸ਼ੂਕਰ ਤਨ ਪੀਨਾ। ਕਹਿੰਦੇ ਸੂਰਾ ਇਹ ਮੇਰਾ ਤੇ ਮਾਂ ਦਾ ਮਸਲਾ ਹੈਗਾ ਹੈ। ਮੈਂ ਬੱਚਾ ਤੇ ਮਾਤਾ ਗੰਗਾ ਮੇਰੀ ਮਾਂ ਹੈ। ਮੈਂ ਜੋ ਮਰਜ਼ੀ ਆਪਣੀ ਮਾਂ ਨੂੰ ਆਖਾਂ, ਤੂੰ ਕੀ ਸੂਰਾਂ ਦੀ ਤਰ੍ਹਾਂ ਘੁਰ ਘੁਰ ਲਾਈ ਹੈ, ਤੂੰ ਕਿਉਂ ਵਿੱਚ ਬੋਲਦਾ। ਕਹਿੰਦਾ ਫਿਰ ਮੈਂ ਬਾਬਾ ਜੀ ਨੂੰ ਕਿਹਾ ਵੀ ਬਾਬਾ ਜੀ ਸੂਰ ਤੇ ਮੈਨੂੰ ਬਣਨਾ ਹੀ ਪੈਣਾ, ਤੁਹਾਡੇ ਮੂੰਹੋਂ ਬਚਨ ਜੋ ਨਿਕਲ ਗਿਆ। ਬਾਬਾ ਜੀ ਕਹਿੰਦੇ ਹਾਂ ਨੀਚਾ ਤੂੰ ਐਵੇਂ ਹੀ ਵਿੱਚ ਬੋਲੀ ਜਾਂਦਾ, ਚੇਤਾ ਰੱਖਿਓ ਨਜਾਇਜ਼ ਟੰਗ ਅੜਾਉਣ ਵਾਲਾ ਬੰਦਾ ਦੁਖੀ ਹੋਏਗਾ ਜੀ। ਸਾਡਾ ਕੀ ਸੰਬੰਧ ਹੈਗਾ ਵਿੱਚ ਬੋਲਣ ਦਾ ਜੀ। ਵੱਡਿਆਂ ਨੇ ਜੋ ਕਰਤਾ ਠੀਕ ਹੈ, ਕਈਆਂ ਨੂੰ ਆਦਤ ਹੁੰਦੀ ਹੈ ਨਜਾਇਜ਼ ਟੰਗ ਅੜਾਉਣਗੇ, ਤੇ ਜਿਹੜੇ ਨਜਾਇਜ਼ ਟੰਗ ਅੜਾਉਂਦੇ ਆ ਰਹਿੰਦੀ ਖੁੰਦੀ ਇੱਜ਼ਤ ਵੀ ਗਵਾ ਬੈਠਦੇ ਆ। ਉਹ ਜਿਹੜੀ ਇੱਜ਼ਤ ਹੁੰਦੀ ਹੈ ਉਹ ਵੀ ਨਹੀਂ ਰਹਿੰਦੀ, ਸੰਗਤ ਤੋਂ ਵੀ ਜਾਂਦੇ। ਇਹ ਵੀ ਸੰਗਤ ਚੋਂ ਹੀ ਗਿਆ। ਬਾਬਾ ਜੀ ਕਹਿੰਦੇ ਹਾਂ ਤੂੰ ਐਵੇਂ ਹੀ ਵਿੱਚ ਬੋਲੀ ਜਾਂਦਾ। ਹਾਂਜੀ, ਸੁਨ ਮੈਂ ਸਰਾਪ ਹਿਰਦੇ ਪਛਤਾਏ। ਉਹ ਮੈਂ ਬਾਬਾ ਜੀ ਦਾ ਕਹਿੰਦਾ ਜਦੋਂ ਬਚਨ ਸੁਣਿਆ ਮੈਂ ਬੜਾ ਪਛਤਾਇਆ। ਉਹ ਮੈਂ ਕੀ ਕਹਿ ਬੈਠਾ ਵਿੱਚ। ਬ੍ਰਿਧ ਕੋ ਬਾਕ ਸਾਚ ਹੋਏ ਜਾਏ। ਇਹ ਬਾਬਾ ਜੀ ਦਾ ਬਚਨ ਤੇ ਸੱਚ ਹੋ ਜਾਣਾ। ਹਾਂਜੀ, ਹੋਏ ਦੀਨ ਮੈਂ ਬੂਝ ਫੇਰਾ। ਤੇ ਮੈਂ ਫਿਰ ਨਿਮਰਤਾ ਚਾ ਕੇ ਹੱਥ ਜੋੜ ਕੇ ਬਾਬਾ ਬੁੱਢਾ ਜੀ ਨੂੰ ਪੁੱਛਿਆ, ਸਰਾਪ ਅੰਤ ਕਬ ਹੋਏ ਹੈ ਮੇਰਾ। ਬਾਬਾ ਜੀ ਇਹ ਜਿਹੜਾ ਬਚਨ ਕਰਤਾ ਮੈਨੂੰ ਸੂਰ ਤੋਂ ਮੁਕਤੀ ਕਦੋਂ ਮਿਲੇਗੀ। ਹਾਂਜੀ, ਸੁਨ ਬਿਨਤੀ ਮਮ ਕਰੁਣਾ ਧਾਰੀ। ਤੇ ਉਹ ਸਿੱਖ ਕਹਿ ਰਿਹਾ ਜੀ ਜਿਹੜਾ ਸੂਰ ਚੋਂ ਆਤਮਾ ਨਿਕਲੀ, ਉਹ ਬਾਬੇ ਭਾਨੇ ਨੂੰ ਦੱਸ ਰਹੀ ਵੀ ਮੇਰੀ ਬੇਨਤੀ ਸੁਣ ਕੇ ਬਾਬਾ ਬੁੱਢਾ ਜੀ ਫਿਰ ਕਿਰਪਾ ਚ ਆ ਗਏ ਜੀ। ਮਹਾਂਪੁਰਖ ਛੇਤੀ ਕਿਰਪਾ ਚ ਆ ਜਾਂਦੇ ਜੀ। ਸਰਾਪ ਅੰਤ ਭਾਖਿਓ ਤਿਸ ਘਰੀ। ਉਹਨਾਂ ਫਿਰ ਦੱਸਿਆ ਵੀ ਤੈਨੂੰ ਸੂਰ ਦੀ ਜੂਨ ਚੋਂ ਛੁੱਟੀ ਕਦੋਂ ਮਿਲੇਗੀ। ਸ੍ਰੀ ਗੁਰ ਅਰਜਨ ਕੇ ਹੋਏ ਨੰਦ। ਮਾਤਾ ਗੰਗਾ ਜੀ ਆਏ ਸਨ ਤੇ ਅਜੇ ਭਾਜਣਾ ਵਾਲਾ ਬਚਨ ਕੀਤਾ। ਉਦਣ ਨਹੀਂ ਬਾਬਾ ਜੀ ਨੇ ਕੋਈ ਬਚਨ ਕੀਤਾ, ਇੰਨਾ ਹੀ ਆਖਿਆ ਗੁਰੂ ਅਰਜਨ ਸਾਹਿਬ ਕੋ ਜਾਓ, ਉਹ ਕਰਨ ਕਰਾਉਣ ਵਾਲੇ ਆ। ਪਰ ਅਸਲ ਵਿੱਚ ਬਚਨ ਤਾਂ ਉਦਣ ਹੀ ਕਰ ਦਿੱਤਾ ਸੀ। ਕਹਿੰਦੇ ਉਦਣ ਹੀ ਮੈਨੂੰ ਬਾਬਾ ਜੀ ਨੇ ਕਹਿ ਦਿੱਤਾ ਵੀ ਜਿਹੜਾ ਇਹਨਾਂ ਦੇ ਘਰ ਵਿੱਚ ਪੁੱਤਰ ਪੈਦਾ ਹੋਏਗਾ ਆਯੁੱਧ ਧਾਰਨ ਬਿਖੈ ਬਿਲੰਦ। ਉਹ ਸ਼ਸਤਰ ਧਾਰਨ ਕਰਨਗੇ। ਹਾਂਜੀ, ਕਰਤ ਅਖੇਰ ਤੋਹੇ ਕਹੁ ਮਾਰਿਆ। ਸ਼ਿਕਾਰ ਖੇਡਦੇ ਖੇਡਦੇ ਆਉਣਗੇ ਤੇ ਤੈਨੂੰ ਆਪ ਮਾਰਨਗੇ। ਤਨ ਬਿਰਾਹ ਤੇ ਤਬੈ ਉਧਾਰੈ। ਫਿਰ ਸੂਰ ਦੇ ਸਰੀਰ ਚੋਂ ਤੈਨੂੰ ਛੁੱਟੀ ਮਿਲਣੀ ਹੈ। ਤਬ ਕੋ ਮੈਂ ਸ਼ੂਕਰ ਤਨ ਪਾਏ। ਕਹਿਣ ਲੱਗਾ ਉਦੋਂ ਦਾ ਮੈਂ ਸੂਰ ਬਣ ਕੇ ਇੱਧਰ ਉੱਧਰ ਤੁਰਿਆ ਫਿਰਦਾ। ਸਿੱਖਿਆ ਕੀ ਮਿਲਦੀ ਜੀ ਦੱਸੋ। ਟੰਗ ਨਹੀਂ ਅੜਾਉਣੀ ਚਾਹੀਦੀ। ਗੱਜ ਕੇ ਆਖੋ। ਵੱਡੇ ਕੋਈ ਬਚਨ ਕਰ ਰਹੇ ਹੋਣ ਕੱਟ ਕੇ ਆਪਣੀ ਗੱਲ ਨਹੀਂ ਕਰਨੀ ਜੀ। ਹਾਂਜੀ, ਵਿਚਰਤ ਰਹਿਓ ਵਡਾਲੀ ਥਾਏ। ਉਹ ਕਹਿਣ ਲੱਗਾ ਮੈਂ ਉਦੋਂ ਦਾ ਵਡਾਲੀ ਦੀ ਥਾਂ ਤੇ ਵਿਚਰ ਰਿਹਾ ਸਾਂ, ਜਾਣ ਕੇ ਲੋਕਾਂ ਨੂੰ ਤੰਗ ਕਰਦਾ ਹਾਂ, ਲੋਕ ਗੁਰੂ ਜੀ ਨੂੰ ਆਖਣ ਅਬ ਸਤਿਗੁਰ ਨੇ ਆਨ ਉਧਾਰਾ। ਤੇ ਹੁਣ ਗੁਰੂ ਜੀ ਨੇ ਆ ਕੇ ਮੇਰਾ ਉਧਾਰ ਕੀਤਾ ਹੈ। ਖਿਲਤ ਅਖੇਰ ਮੋਹਿ ਕੋ ਮਾਰਾ। ਸ਼ਿਕਾਰ ਖੇਡਦਿਆਂ ਖੇਡਦਿਆਂ ਮੈਨੂੰ ਮਾਰ ਦਿੱਤਾ। ਇਮ ਕੈ ਪਰਮ ਗਤੀ ਕੋਹ ਗਇਓ। ਇਹ ਕਹਿ ਕੇ ਉਹਦੀ ਪਰਮ ਗਤੀ ਹੋਈ ਤੋਂ ਚਲੇ ਗਿਆ ਜੀ। ਪਰਮ ਗਤੀ ਹੋਈ ਜੀ, ਸਤਿਗੁਰੂ ਦੇ ਹੱਥੋਂ ਮਰਿਆ। ਭਾਨਾ ਸਾਧੂ ਸੁਨ ਬਿਸਮਇਓ। ਸਾਰੇ ਸੁਣ ਕੇ ਹੈਰਾਨ ਹੋਏ ਵੀ ਧੰਨ ਨੇ ਬਾਬਾ ਬੁੱਢਾ ਸਾਹਿਬ, ਧੰਨ ਨੇ ਗੁਰੂ ਹਰਗੋਬਿੰਦ ਸਾਹਿਬ। ਪਿਆਰ ਨਾਲ ਸਾਰੇ ਕਹੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਤਹਾਂ ਦਮਦਮਾ ਕੁਛ ਬਨਵਾਏ। ਹਾਂਜੀ, ਬੈਠੇ ਪੈਂਦਾ ਲੀਨ ਬੁਲਾਏ। ਉੱਥੇ ਫਿਰ ਭਾਈ ਸੰਤੋਖ ਸਿੰਘ ਦੱਸਦੇ ਉੱਥੇ ਅੱਜ ਗੁਰਦੁਆਰਾ ਬਣਿਆ, ਉਹਦਾ ਨਾਮ ਹੈ ਦਮਦਮਾ ਸਾਹਿਬ। ਗੁਰੂ ਸਾਹਿਬ ਨੇ ਉੱਥੇ ਦਮਦਮਾ ਅਸਥਾਨ ਬਣਾਇਆ ਸੀ। ਪੈਂਦੇ ਖਾਨ ਨੂੰ ਮਹਾਰਾਜ ਨੇ ਕੋਲ ਸੱਦਿਆ ਵੀ ਸੱਦੋ ਉਹਨੂੰ, ਤਾਂ ਥੱਲੇ ਡਿੱਗਿਆ ਹੈਗਾ ਜੀ। ਹਾਂਜੀ, ਬੂਝੀ ਕੁਸ਼ਲ ਕੀਨ ਸਨਮਾਨਾ। ਉਹ ਮਹਾਰਾਜ ਕਹਿੰਦੇ ਰਾਜੀ ਖੁਸ਼ੀ ਹੈ, ਠੀਕ ਹੈ, ਕੋਲ ਬਿਠਾਇਆ।
ਕਿਤਕ ਦੇਰ ਮੈਂ ਕੀਨ ਭਿਆਨਾ। ਕੁਝ ਦੇਰ ਬਾਅਦ ਚੱਲ ਗਏ। ਅਸਲ 'ਚ ਪੈਂਦੇ ਖਾਂ ਕੀ ਕਰ ਸਕਦਾ ਹੈ ਜੀ? ਉਹਦਾ ਉਧਾਰ ਸਤਿਗੁਰਾਂ ਦੇ ਹੱਥੋਂ ਹੋਣਾ ਲਿਖਿਆ ਹੈ ਜੀ। ਪੈਂਦੇ ਖਾਂ ਕੀ ਕਰ ਸਕਦਾ ਜੀ? ਭਾਨੇ ਸਾਥ ਕਥਤ ਗਥ ਆਏ। ਮਹਾਰਾਜ ਫਿਰ ਭਾਈ ਭਾਨਾ ਜੀ ਨਾਲ ਬਚਨ ਕਰਦੇ ਹੋਏ ਜੋ ਸਿੱਖ ਬ੍ਰਿਧ ਕੀ ਨਿੰਦ ਅਲਾਏ। ਕਹਿੰਦੇ ਹੋਏ ਆ ਗਏ ਵੀ ਜਿਹੜਾ ਸਿੱਖ ਬਾਬਾ ਬੁੱਢਾ ਜੀ ਦੀ ਨਿੰਦਿਆ ਕਰੇਗਾ ਵੀ ਬਾਬਾ ਜੀ ਨੇ ਇੰਜ ਕੀਤਾ, ਨਹੀਂ, ਬਾਬਾ ਜੀ ਦੀਆਂ ਸਿਫਤਾਂ ਹੀ ਕਰਨੀਆਂ। ਗੱਜ ਕੇ ਕਹਿ ਦਿਓ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਬਾਬਾ ਬੁੱਢਾ ਸਾਹਿਬ ਜੀ। ਆਵਾਜ਼ ਨਹੀਂ ਆਈ? ਗੱਜ ਕੇ ਕਹੋ ਸਾਰੇ। ਜਿਹੜਾ ਬਾਬਾ ਬੁੱਢਾ ਜੀ ਦੀ ਨਿੰਦਿਆ ਕਰੇਗਾ ਸੁਣ ਕੇ ਸਰਾਪ ਸਬਨ ਦੁਖ ਮਾਨਾ। ਉਹਨੂੰ ਦੁੱਖ ਹੀ ਮਿਲਣਾ ਹੈ, ਦੁੱਖ ਹੀ ਮਿਲਣਾ। ਸਾਰੇ ਸੁਣ ਕੇ ਹੈਰਾਨ ਹੋਏ ਵੀ ਹਾਂ, ਇਹੋ ਜਿਹੇ ਦੁੱਖ ਹੀ ਮਨਾਉਂਦੇ ਆ। ਫਿਰ ਸੋ ਤਨ ਧਰ ਮ੍ਰਿਗ ਪੰਛੀ ਨਾਨਾ। ਉਹ ਇਹੋ ਜਿਹੇ ਬੰਦੇ ਫਿਰ ਸੂਰ ਪੰਛੀ ਇਹੋ ਕੁਝ ਹੀ ਬਣਦੇ ਆ। ਹਿਤ ਅਖੇਰ ਕੇ ਤਿੰਨੇ ਸੰਘਾਰੋ। ਹਾਂਜੀ। ਅਗ ਮਿਟਾਏ ਕਰ ਸਿੱਖ ਉਧਾਰੋ। ਮਹਾਰਾਜ ਕਹਿੰਦੇ ਮੈਂ ਕੀ ਕਰਾਂ? ਜਿਹੜੇ ਸਿੱਖਾਂ ਦੀ ਨਿੰਦਿਆ ਕਰਦੇ ਆ, ਗੁਰੂ ਦੀ ਨਿੰਦਿਆ ਕਰਦੇ ਆ, ਉਹ ਫਿਰ ਜਾਨਵਰ ਤੇ ਪੰਛੀ ਬਣ ਜਾਂਦੇ ਆ। ਉਹਨਾਂ ਦਾ ਵੀ ਉਧਾਰ ਕਰਨਾ ਹੁੰਦਾ ਹੈ। ਇਸੇ ਕਰਕੇ ਸ਼ਿਕਾਰ ਕਰਦੇ ਆ, ਕਹਿੰਦੇ ਤਾਈਓ ਸ਼ਿਕਾਰ ਕਰਦੇ ਆ। ਹਾਂਜੀ। ਇਮ ਕਹੈ ਸੁਧਾ ਸਰੋਵਰ ਆਏ। ਇਹ ਕਹਿ ਕੇ ਗਰੀਬ ਨਵਾਜ ਅੰਮ੍ਰਿਤਸਰ ਆ ਗਏ। ਬੈਠ ਅਕਾਲ ਤਖਤ ਸ਼ਬ ਪਾਏ। ਅਕਾਲ ਤਖਤ ਸਾਹਿਬ ਬੈਠ ਗਏ, ਫੱਬ ਗਏ ਮਹਾਰਾਜ ਆ ਕੇ ਬੈਠ ਗਏ। ਤੇ ਮਹਾਰਾਜ ਕਹਿੰਦੇ ਅਸੀਂ ਉਧਾਰ ਹੀ ਕਰਦੇ, ਇਹਨਾਂ ਦੇ ਪਾਪਾਂ ਦੀ ਮੁਕਤੀ ਦਿਵਾਉਂਦੇ ਆ ਜਿਨ੍ਹਾਂ ਦਾ ਸ਼ਿਕਾਰ ਕਰਦੇ ਆ। ਸੋ ਗੁਰੂ ਜੀ ਦੀ ਗੱਤ ਗੁਰੂ ਜੀ ਜਾਣਦੇ ਹਨ। ਸਤਿਗੁਰ ਕੀ ਮਹਿਮਾ ਸਤਿਗੁਰ ਜਾਣੈ, ਸਤਿਗੁਰ ਕੀ ਮਹਿਮਾ ਸਤਿਗੁਰ ਜਾਣੈ। ਸਤਿਗੁਰ ਕੀ ਮਹਿਮਾ ਸਤਿਗੁਰ ਜਾਣੈ। ਸਤਿਗੁਰ ਕੀ ਸਤਿਗੁਰ ਜਾਣੈ। ਸਤਿਗੁਰ ਕੀ ਮਹਿਮਾ ਸਤਿਗੁਰ ਜਾਣੈ ਹੈ। ਸਤਿਗੁਰ ਕੀ ਮਹਿਮਾ ਸਤਿਗੁਰ ਜਾਣੈ ਹੈ। ਮਹਿਮਾ ਸਤਿਗੁਰ ਸਤਿਗੁਰ ਕੀ ਮਹਿਮਾ ਸਤਿਗੁਰ ਜਾਣੈ ਹੈ। ਸਤਿਗੁਰ ਕੀ ਮਹਿਮਾ ਸਤਿਗੁਰ ਜਾਣੈ। ਸਤਿਗੁਰ ਕੀ ਮਹਿਮਾ ਸਤਿਗੁਰ ਜਾਣੈ। ਸਤਿਗੁਰ ਕੀ ਮਹਿਮਾ ਸਤਿਗੁਰ ਕੀ ਮਹਿਮਾ ਸਤਿਗੁਰ ਜਾਣੈ ਹੈ। ਜੋ ਕਿਛ ਕਰੈ ਸੋ ਆਪਨ ਪਾਣੈ। ਅੱਗੋਂ ਕੱਲ ਨੂੰ ਕਥਾ ਸੁਣਾਂਗੇ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚਾ ਪਾਤਸ਼ਾਹ।